वाहेगुरु जी का खालसा, वाहेगुरु जी की फतेह। सूरा सो पहचानिए जो लड़े दीन के हित, पुरजा पुरजा कट मरे कभू न छाड़े खेत। धन धन श्री गुरु गोबिंद सिंह जी महाराज जी सर्वंस दानी, धन धन गुरु गोबिंद सिंह महाराज जी, माता गुजर कौर जी, बाबा अजीत सिंह जी, बाबा जोहार जोरावर सिंह जी, बाबा जोहार सिंह जी, बाबा फतेह सिंह जी, इन्हां दे ਜਿਹੜੀਆਂ ਸ਼ਹਾਦਤਾਂ ਹੋਈਆਂ ਅੱਜ ਇਹ ਸਿੱਖ ਧਰਮ ਦੇ ਵਿੱਚ ਬੜਾ ਹੀ ਇੱਕ ਮਹਾਨ ਦਿਨ ਹੈ। ਅੱਜ ਜੋ ਅਸੀਂ ਸਾਰੇ ਇੱਥੇ ਸੱਜ ਕੇ ਬੈਠੇ ਹਾਂ, ਇਹ ਸਰਬੰਸਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੇ ਪੂਰੇ ਪਰਿਵਾਰ, ਪੰਜ ਪਿਆਰੇ, 40 ਮੁਕਤੇ ਜੋ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਤੇ ਦੀਵਾਰਾਂ ਦੇ ਵਿੱਚ ਕਿਸ ਤਰ੍ਹਾਂ ਚੁਣੇ ਗਏ ਸਾਡੇ ਛੋਟੇ ਸਾਹਿਬਜ਼ਾਦੇ, ਇਹ ਅੱਜ ਉਹਨਾਂ ਦੀ ਦੇਣ, ਉਹਨਾਂ ਦੀ ਬਦੌਲਤ ਅੱਜ ਅਸੀਂ ਤੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਤੇ ਬੈਠ ਕੇ ਉਸ ਗੁਰੂ ਮਹਾਰਾਜ ਅਕਾਲ ਪੁਰਖ ਨੂੰ ਯਾਦ ਕਰਨਾ ਹੈ। ਅੱਜ ਕਿਉਂਕਿ WhatsApp ਦਾ ਜ਼ਮਾਨਾ ਹੋ ਗਿਆ, ਬਹੁਤ ਕੁਝ ਹਿੰਦੂ ਕਵੀ ਵੀ ਬੜਾ ਲਿਖਦੇ ਪਏ, ਅਸੀਂ ਸਿੱਖ ਕਵੀ ਤੇ ਲਿਖਦੇ ਹੀ ਲਿਖਦੇ ਹਾਂ, ਬਟ ਹਿੰਦੂ ਕਵੀਆਂ ਨੇ ਵੀ ਲਿਖਿਆ। दास को लिख मैं 2 मिनट ही खाली लांगा क्योंकि जत्था साढ़े को पहुंच चुके हैं कि हिंदू कवि किस तरह बयान कर रहा है कि जिस वे दीवार के विच साहिबजादे, छोटे साहिबजादे चुने जा रहे थे ते बाबा जोरावर सिंह जी ने जिस वे कहा, उन्होंने अखां दे विच थोड़े हंझू आ गए। हंझू आए ते छोटा साहिबजादा बाबा फतेह सिंह कहता है कि तू बड़ा होकर अब मौत से डरने लग गया, तेरी आंखों में आंसू क्यों आ गए? तो वो बाबा जी कहते हैं, नहीं भरा, मेरे अखां में हंझू इस वास्ते नहीं आए कि मौत को डर लग रहा है, मैनू इस वास्ते हंझू आए तू मेरे को छोटा है, बट पहले तू शहीदी को प्राप्त कर रहे हैं तो मेरी शहादत बाद ही होएगी, इस वास्ते मेरे अखां ते अपरायन, बाकी ये कोई वो मेरे अंदर वो नहीं है। ये गुरु महाराज जी की कृपा बख्शिश। ਅੱਜ ਦਾਸ ਨੇ ਮਾਤਾ ਸੁੰਦਰੀ ਵਿੱਚ ਵੀ ਕੀਰਤਨ ਜਿਸ ਉੱਥੇ ਅਟੈਂਡ ਕੀਤਾ, ਉੱਥੇ ਹਾਜ਼ਰੀ ਭਰੀ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ, ਉਹਨਾਂ ਦੇ ਜਿਸ ਵੇਲੇ ਸ਼ਬਦ ਸੁਣੇ, ਉਹਨਾਂ ਦੇ ਵਿਚਾਰ ਸੁਣੇ, ਬੜਾ ਹੀ ਮਤਲਬ ਕਿ ਦਿਲ ਭਰ ਆਉਂਦਾ ਹੈ ਕਿ ਕਿਸ ਤਰ੍ਹਾਂ ਉਸ ਠੰਡੀ ਬੁਰਜ ਦੇ ਵਿੱਚ ਮਾਤਾ ਜੀ ਛੋਟੇ ਸਾਹਿਬਜ਼ਾਦੇ ਦੀਵਾਰ ਦੇ ਚੁਣੇ ਗਏ। ਅੱਜ ਉਹਨਾਂ ਦਾ ਜਿਹੜਾ ਇਹ ਸ਼ਹੀਦੀ ਜੋੜ ਮੇਲਾ ਹੈ गुरुद्वारा सरिता विहार में असीं मना रहे हैं। साडे विच दिल्ली सिख गुरुद्वारा प्रबंधक कमेटी के जत्था जिहड़ा है भाई साहब भाई कुलबीर सिंह ते उन्हां दे साथी कवि ये साडे पहुंचे ने। ये ग्रंथी साहब भी हैड ग्रंथी गुरुद्वारा नानक ब्याह दे हुण साडे नाल 1 घंटे वास्ते सानू कविता द्वारा किस तरह गुरु महाराज जी ने अपनी जिहड़ी शहादतां दित्तियां, कुर्बानियां कीतियां, उन्होंने जिहड़े विचार हैं, क्योंकि गुरु गोबिंद सिंह महाराज जी किस तरह गुरु सी जिन्हों के दरबार दे विच मेरे ख्याल 40 के कितने कवि भी उन्होंने कितने कवि सी 52 कवि गुरु महाराज जी ने रखे हुए सी। भाई नंदलाल जी उन्होंने बड़े महान कवियों विचों एक आज साडे विच ही कवि पहुंचे। दास उन्होंने जी आया नूं कहंदा होया ते नाल बेनती करेगा सानू हुण कविता द्वारा इतिहास दे नाल जोड़नगे। वाहेगुरु जी का खालसा, वाहेगुरु जी की फतेह। वाहेगुरु 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 वाहेगुरु। कलगी वालिया कौम दा करज सिर तो तेरे वांगनी कोई उतार सकिया। 9 साल विच तो यतीम होके ते सीस पिता दा हिंद नहीं वार सकिया। ओ वली औलिया पीर नहीं नजर
ਆਉਂਦਾ ਲਾਲ ਹੱਸ ਜੋ ਪੰਥ ਲਈ ਵਾਰ ਸਕਿਆ ਰਾਤ ਪੋਤੇ ਸੂਲਾਂ ਦੀ ਸੇਜ ਉੱਤੇ ਤੇ ਕਿਹੜਾ ਹੱਸ ਕੇ ਸ਼ੁਕਰ ਗੁਜ਼ਾਰ ਸਕਿਆ ਤੇ ਕਿਹੜਾ ਹੱਸ ਕੇ ਸ਼ੁਕਰ ਗੁਜ਼ਾਰ ਸਕਿਆ ਓ ਦਸੀ ਦਸ਼ਮੇਸ਼ ਪਿਤਾ ਕਿਦੇ ਨਾਲ ਪਿਆਰ ਤੇਰਾ ਆਣ ਕੇ ਪਖੀਰ ਇੱਕ ਅਰਜ ਗੁਜ਼ਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ ਪੁਰੀ ਨਾ ਪਿਆਰ ਹੁੰਦਾ ਨੰਦ ਨਾ ਵਸਾਰਦਾ ਓ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾੜਦਾ ਅੱਗੋਂ ਹੱਸ ਬੋਲੇ ਸ੍ਰੀ ਦਸ਼ਮੇਸ਼ ਪਿਤਾ ਅੱਗੋਂ ਹੱਸ ਬੋਲੇ ਸ੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ ਵਾਹਿਗੁਰੂ ਆਓ ਜੀਵਨ ਰੂਪੀ ਜਿਨ੍ਹਾਂ ਵਿੱਚ ਮਹਿਕੀ ਕਸਤੂਰੀ ਕਰਗੇ ਕਰਨੀ ਨਾਲ ਨੇ ਮਿੱਟੀ ਨੂਰੋ ਨੂਰੀ ਓ ਸੁੱਚੇ ਹੰਸਾ ਨਾਲ ਨਾ ਰਲ ਸਕਣਾ ਕਾਵਾਂ ਜੁਗਾ ਤੀਕ ਨਹੀਂ ਮਿਟਣਾ ਵਰਦਾਂ ਦਾ ਨਾਵਾ ਆਓ ਜੀਵਨ ਰੂਪੀ ਜਿਨ੍ਹਾਂ ਵਿੱਚ ਮਹਿਕੀ ਕਸਤੂਰੀ ਕਰਗੇ ਕਰਨੀ ਨਾਲ ਨੇ ਮਿੱਟੀ ਨੂਰੋ ਨੂਰੀ ਓ ਸੁੱਚੇ ਹੰਸਾ ਨਾਲ ਨਾ ਰਲ ਸਕਣਾ ਕਾਵਾਂ ਜੁਗਾ ਤੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਆਓ ਜਾਤ ਪਾਤ ਅਗਿਆਨ ਦਾ ਹੋ ਜਾਤ ਪਾਤ ਅਗਿਆਨ ਦਾ ਜਿੰਨਾ ਕੱਢਿਆ ਕੰਡਾ ਉਹਨਾਂ ਕੀਤਾ ਜੱਗ ਵਿੱਚ ਹੈ ਸੱਚ ਦਾ ਝੰਡਾ ਓ ਰਾਜੇ ਨੂੰ ਸੀ ਆਖਿਆ ਦਿਲ ਦੇ ਦਰਿਆਵਾਂ ਜੁਗਾ ਤੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਆਓ ਛੱਡ ਕੇ ਸੇਜਾਂ ਮਖਮਲੀ ਤਵੀਆਂ ਤੇ ਕਰ ਗਏ ਜਿਹਦੇ ਹਰ ਗੋਬਿੰਦ ਵੀ ਸਾਵੇਂ ਜ਼ੁਲਮ ਦੇ ਡਟ ਗਏ ਓ ਚੋਂ ਜੰਗਾਂ ਵਿੱਚ ਕੀਤੀਆਂ ਤੇ ਦੀਆਂ ਛਾਵਾਂ ਜੁਗਾ ਤੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਆਓ ਹੋ ਕੇ ਆਪ ਯਤੀਮ ਤੇ ਹੋ ਕੇ ਆਪ ਯਤੀਮ ਤੇ ਤੋਰੇ ਬਾਪੂ ਕਿਹੜਾ ਲਿਆ ਦੇ ਭਾਰਤ ਮਾਂ ਦੇ ਚਿਹਰੇ ਤੇ ਖੇੜਾ ਓ ਜਿੰਦਾ ਰੱਖਿਆ ਧਰਮ ਨੂੰ ਲੈ ਮੌਤ ਨਾ ਲਾਵਾ ਜੁਗਾ ਤੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਖੰਡੇ ਦੀ ਵੀ ਤਾਰ ਤੇ ਜੇ ਰਤਬਾ ਪਾਇਆ ਦਿੱਲੀ ਤੋਂ ਆਨੰਦਪੁਰ ਸੀਸ ਪਹੁੰਚਾਇਆ ਓ ਅਣਖੀ ਜਾਂਦਾ
ਜੁਗਾ ਦੀ ਇੱਕ ਨਹੀਂ ਮਿਟਣਾ ਮਰਦਾਂ ਦਾ ਨਾਵਾ। ਪਰਲੋ ਲਿਆ ਸਰਹੱਦ ਵਿੱਚ ਬੰਦਾ ਸਿੰਘ ਮੀਰਾ, ਜ਼ੁਲਮਾਂ ਦੀਆਂ ਸੀ ਤੋੜੀਆਂ ਉਸ ਗਲੋਂ ਜੰਜੀਰਾਂ। ਓ ਨਲਵੇ ਵਰਗੇ ਸੂਰਮੇ ਨਿਤ ਜੰਮਣ ਨਵਾਵਾ, ਜੁਗਾ ਦੀ ਇੱਕ ਨਹੀਂ ਮਿਟਣਾ ਮਰਦਾਂ ਦਾ ਨਾਵਾ। ਮਣੀ ਸਿੰਘ ਤੇ ਤਾਰੂ ਸਿੰਘ ਹੈ ਜੁਣਕੀ ਸੂਰੇ, ਮਣੀ ਸਿੰਘ ਤੇ ਤਾਰੂ ਸਿੰਘ ਨੇ ਅਣਖੀ ਸੂਰੇ। ਭੁੱਲ ਨਹੀਂ ਸਕਦੇ ਦੀਪ ਸਿੰਘ ਕਰਨੀ ਦੇ ਪੂਰੇ। ਓ ਫੂਲਾ ਸਿੰਘ ਜਥੇਦਾਰ ਦਾ ਕੋਈ ਬਦਨ ਨਸ਼ਾਵਾ, ਜੁਗਾ ਦੀ ਇੱਕ ਨਹੀਂ ਮਿਟਣਾ ਮਰਦਾਂ ਦਾ ਨਾਵਾ। ਘੱਲੂਘਾਰੇ ਹੋਏ ਕਈ ਹੋ, ਘੱਲੂਘਾਰੇ ਹੋਏ ਕਈ ਪਿੱਛੇ ਪੈਰ ਨਾ ਸਰਕੇ, ਸਿਰਜ ਗਏ ਇਤਿਹਾਸ ਨੂੰ ਸ੍ਰੀ ਖੂਨੀ ਵਰਕੇ। ਓ ਸ਼ਾਮ ਸਿੰਘ ਨੂੰ ਭੁੱਲੇ ਨਾ ਕਦ ਪਿੰਡ ਸਭਰਾਵਾ, ਜੁਗਾ ਦੀ ਇੱਕ ਨਹੀਂ ਮਿਟਣਾ ਮਰਦਾਂ ਦਾ ਨਾਵਾ। ਸੁੱਕਾ ਸਿੰਘ ਮਤਾਬ ਸਿੰਘ ਬੋਤਾ ਸਿੰਘ ਜੰਗੀ, ਸੁੱਕਾ ਸਿੰਘ ਮਤਾਬ ਸਿੰਘ ਬੋਤਾ ਸਿੰਘ ਜੰਗੀ। ਆਲੂ ਮਾਰੀਆ ਚੜਤ ਸਿੰਘ ਤੇ ਹਰੀ ਸਿੰਘ ਭੰਗੀ। ਓ ਫੂਲਾ ਸਿੰਘ ਜਥੇਦਾਰ ਦਾ ਕੋਈ ਬਦਨ ਨਸ਼ਾਵਾ, ਜੁਗਾ ਦੀ ਇੱਕ ਨਹੀਂ ਮਿਟਣਾ ਮਰਦਾਂ ਦਾ ਨਾਵਾ। ਗੁਰੂ ਗੋਬਿੰਦ ਸਿੰਘ ਗੁਰ ਕਾਦਰੇ ਹਰ ਕਾਰ ਕੇ सदके, फनाहे हर दो आलम सच्ची सरकार के सदके, जिन्हें अपने बगाने कभी जलील और ख्वार करते थे किए सरदार बेकसों के यार के सदके। सुराही सूल थी जिसकी प्याला था खंजर जिसका, लुढ़ाए खुम के खुम मुखबार के सदके। खबर सरहंद से आना वो सुनकर तेरा फुरमाना, अमानत थी अदा हो गई तेरे असार के सदके। तेरे सरबंस सारे ने पिए प्याले शहादत के, तेरे सरबंस सारे ने पिए प्याले शहादत के। मेरे सरबंस दानी मैं तेरे परिवार के सदके। महा सिंह पे लब जिस दिन तेरे पहलू पे लेटा था, कि उसके साथ तूने जो गुफ्तार मैं गुफ्तार के सदके। हूं तर दामन सतगुरु पैद रखना, पतत पावन बिरद बख्शन हार के सदके। अगर बख्शे कर्म तेरा ना बख्शे शिकायत क्या, अगर बख्शे कर्म तेरा ना बख्शे शिकायत क्या। तेरे इनकार के सदके तेरे इकरार के सदके। नाफरो मंसूर गुरु गोबिंद सिंह, एजदी मंजूर गुरु गोबिंद सिंह। हक हक आदेश गुरु गोबिंद सिंह, बादशाह दरवेश गुरु गोबिंद सिंह। अलोकार गल्लां दशमेश दियां भला उन्हां दी करेगा रीस केड़ा। 9 साल दी उम्र विच पिता जी दा झोली विच पवावेगा सीस केड़ा। कौन जंग वल तोरेगा बच्चियां नूं, उठी मोह दी जरेगा चीस केड़ा। सुन के गल सरहद दी माही कोलों, होर वटेगा होर कचीस केड़ा। दुश्मन दलां दे नाल दलां च नहीं कोई खलो सकदा। गुरु होए ने गुरु होणगे, पर गुरु दशमेश वर्गा कोई गुरु नहीं हो सकता। नाल समय दे बदलदी कुल दुनिया, उन्हें समय दा रंग बदला छड्डिया। करके शूदर ब्राह्मण नूं एक थाई, ऊच नीच दा भरम मिटा छड्डिया। जम चुका सी रगां च लहू जेड़ा, उस लहू नूं उन्हें गरमा छड्डिया। ओदे तोखियां दे पत्ते झड़े रहिंदे, रहिंदी ओदे ते रुੱਤ बहारदी सी। ओदी मुछ दा विंगा ना वाल हुंदा, अणख रहिंदी ठाठा मारदी सी। ओदा नीला मैदान च हिणकदा जा, कंध कंबदी मुगल सरकार दी सी। रण मैदान दे विच जद सत श्री अकाल दा नारा बोलदा सी, सणे पर्वता धरती कंबदी सी, सणे तारिया अंबर डोलदा सी।
ਚਾੜ ਕੇ ਤੰਦੀ ਤੀਰ ਕਮਾਨ ਤੇ ਜਦ ਦੁਸ਼ਮਣ ਦੇ ਠਿੱਕ 'ਚ ਵੱਜਦਾ ਸੀ, ਅੰਮਾ ਕਹਿੰਦਾ ਹਾਏ ਧਰਤੀ ਤੇ ਡਿੱਗ ਪੈਂਦਾ। ਕਦੇ ਦੁਸ਼ਮਣ ਪਾਣੀ ਨਾ ਮੰਗਦਾ ਸੀ। ਉਹਨਾਂ ਲੋਕਾਂ ਨੂੰ ਜ਼ਿੰਦਗੀ ਨਵੀਂ ਲੱਭੀ। ਪੀਤਾ ਜਿਨ੍ਹਾਂ ਨੇ ਜਾਮ ਗੋਬਿੰਦ ਸਿੰਘ ਦਾ, ਸਦਾ ਸੂਰਜ ਚੰਦਰਮਾ ਨਹੀਂ ਰਹਿਣ ਲੱਗਾ ਤੇ ਸਦਾ ਰਵੇਗਾ ਨਾਮ ਗੋਬਿੰਦ ਸਿੰਘ ਦਾ। ਕਲਗੀ ਵਾਲੇ ਦੀ ਜੱਗ ਤੋਂ ਸ਼ਾਨ ਵੱਖਰੀ, ਨਵਾਂ ਰੰਗ ਹੈ ਦੇ ਜੈਕਾਰਿਆ ਤੇ ਛੱਡੇ ਅੰਮ੍ਰਿਤ ਦੇ ਨੈਣਾ ਵਿੱਚ ਜਦੋਂ ਮਾਰੇ, ਤੇ ਲਾਲੀ ਚੜ ਗਈ ਪੰਜਾਂ ਪਿਆਰਿਆਂ ਤੇ। ਓ ਸੇਜਾ ਮਖਮਲੀ ਸ਼ਰਮ ਵਿੱਚ ਡੁੱਬ ਮੋਈਆਂ, ਤੇ ਮਾਹੀ ਸੌ ਗਿਆ ਕੰਡੇ ਖਲਾਰਿਆਂ ਤੇ। ਉਹਦੇ ਨੈਣਾ ਵਿੱਚ ਪਿਆਰ ਦਾ ਹੜ ਵਗਦਾ, ਇਹ ਦਿਲ ਪਰ ਲੁੱਟਿਆ ਗਿਆ ਇਸ਼ਾਰਿਆਂ ਤੇ, ਇਹ ਦਿਲ ਪਰ ਲੁੱਟਿਆ ਗਿਆ ਇਸ਼ਾਰਿਆਂ ਤੇ। ਚੌਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਮਿੱਟੀ ਗੋਦ ਅੰਦਰ ਜੁੜ ਬੈਠੇ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦਾਸਰਿਆਂ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਫਰਜ਼ੰਦ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਸਨਮਾਨਿਤ ਸਤਿਕਾਰਯੋਗ ਮਾਤਾ ਗੁਜਰ ਕੌਰ, ਅੱਜ ਦੇ ਦਿਨ ਵਿਸ਼ਵ ਦੀ ਹਿਸਟਰੀ ਦੇ ਵਿੱਚ, ਦੁਨੀਆ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਸਾਕਾ ਕਦੇ ਨਹੀਂ ਵਾਪਰਿਆ ਜੋ ਅੱਜ ਵਾਪਰਿਆ, ਜਿਸ ਨੂੰ ਤੁਸੀਂ ਅੰਮ੍ਰਿਤ ਵੇਲੇ ਤੋਂ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾ ਰਹੇ ਹੋ। ਉੱਥੇ ਮੈਨੂੰ ਹੁਕਮ ਹੋਇਆ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਮੈਂ ਆਪਣੀ ਗੱਲ ਆਰੰਭ ਕਰਾਂ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ 7 ਮਹੀਨੇ ਦਾ ਅਪ੍ਰੈਲ ਮਹੀਨੇ ਚੋਂ ਇੱਕ ਘੇਰਾ ਸ਼ੁਰੂ ਪਾ ਦਿੱਤਾ ਹੈ। ਔਰ ਇੱਕ ਗੱਲ ਵੇਖੋ, ਉਸ ਸਮੇਂ ਮੁਗਲ ਬਾਦਸ਼ਾਹ ਕੋ ਦਿੱਲੀ ਦਾ ਕਿਲਾ ਇਹਨਾਂ ਕੋਲ, ਲਾਹੌਰ ਦਾ ਕਿਲਾ ਇਹਨਾਂ ਕੋਲ, ਆਗਰੇ ਦਾ ਕਿਲਾ ਇਹਨਾਂ ਕੋਲ, ਗਵਾਲੀਅਰ ਦਾ ਕਿਲਾ ਇਹਨਾਂ ਕੋਲ। ਗੁਰੂ ਸਾਹਿਬਾਂ ਕੋਲ ਕਿਲੇ ਨਹੀਂ ਸਨ। ਆਨੰਦਪੁਰ ਦਾ ਕਿਲਾ ਸੀ, ਇਹਨਾਂ ਕਿਲਿਆਂ ਦੇ ਮਹਿਜ ਉਹ ਕਿੱਡਾ ਕੁ ਵੱਡਾ ਕਿਲਾ ਸੀ। ਇਹਨਾਂ ਕੋਲੋਂ ਲੱਖਾਂ ਦੀ ਤਾਦਾਦ 'ਚ ਫੌਜ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਕੋਈ ਜ਼ਿਆਦਾ ਫੌਜਾਂ ਨਹੀਂ। 7 ਮਹੀਨੇ ਦਾ ਘੇਰਾ ਪਿਆ। ਇਹ ਕੁਰਾਨ ਦੀਆਂ ਕਸਮਾਂ ਖਾਧੀਆਂ। 22 ਧਾਰ ਦੇ ਰਾਜਿਆਂ ਨੇ ਗਊ ਦੀ ਆਟੇ ਦੀ ਬਣਾ ਕੇ ਕਸਮ ਖਾ ਲਈ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਕਿਲਾ ਕਰਕੇ, ਕਿਲਾ ਛੱਡ ਕੇ ਬਾਹਰ ਚਲੇ ਜਾਓ, ਅਸੀਂ ਤੁਹਾਡੇ ਤੇ ਧਾਵਾ ਨਹੀਂ ਬੋਲਦੇ। ਪਰ ਖੈਰ ਇਹਨਾਂ ਨੂੰ ਆਪਣੀ ਸ਼ਰ੍ਹਾ ਤੇ ਇਤਬਾਰ ਹੀ ਨਹੀਂ। ਕਾਰਨ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਸੀ, ਜਿਹੜਾ ਬਾਦਸ਼ਾਹ ਆਪਣੇ ਪਿਤਾ ਨੂੰ ਆਗਰੇ ਦੇ ਕਿਲੇ 'ਚ ਕੈਦ ਕਰਵਾ ਕੇ, ਆਪਣੇ ਭਰਾਵਾਂ ਦਾ ਕਤਲ ਕਰਵਾ ਕੇ, ਆਪਣੀਆਂ ਭੂਆਂ ਦਾ ਕਤਲ ਕਰਵਾ ਕੇ, ਇੱਥੋਂ ਤੱਕ ਆਪਣੀ ਭੈਣ ਦਾ ਨਾ ਬਣਿਆ ਤੇ ਉਹ ਪ੍ਰਜਾ ਦਾ ਕੀ ਬਣੇਗਾ, ਪ੍ਰਜਾ ਦਾ ਕੀ ਸਵਾਰੇਗਾ। ਇਸੇ ਦਿੱਲੀ ਦੀ ਧਰਤੀ ਤੇ ਉਹਨੇ ਕਿੰਨੇ ਨਿਆਂ ਕੀਤੇ। ਕੱਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਔਰੰਗਜ਼ੇਬ ਨੇ ਨਹੀਂ ਕੀਤੀ, ਉਹਨੇ ਸਰਮੱਧ ਫਕੀਰ ਵਰਗੇ ਵੀ ਇੱਥੇ ਦਿੱਲੀ ਦੀ ਧਰਤੀ ਤੇ ਕੋਹ ਕੇ ਮਾਰ ਦਿੱਤੇ। ਔਰ ਇਹ ਜਿਹੜਾ ਪਰਿਵਾਰ ਦੇ ਖੂਨ ਦੇ ਹੱਥ ਰੰਗ ਕੇ ਬਾਦਸ਼ਾਹ ਬਣਿਆ, ਇਹ ਗੁਰੂਆਂ ਪੀਰਾਂ ਪੈਗੰਬਰਾਂ ਦਾ ਕੀ ਲੱਗਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕਰਨੀਨਾਮੇ ਆਨੰਦਪੁਰ ਸਾਹਿਬ ਦੀ ਧਰਤੀ ਇਹਦੀਆਂ ਅੱਖਾਂ ਅੱਗੇ ਜਰਲਾਉਂਦੀ ਸੀ। ਜਿਹੜਾ ਵੀ ਸਮੇਂ ਦਾ ਬਾਦਸ਼ਾਹ ਬਣਦਾ ਉਹਦੀ ਇੱਕੋ ਹੀ ਗੱਲ ਆ ਵੀ ਮੈਂ ਕਾਨੂੰਨ ਬਣਾਵਾਂ। ਇਹਨੇ ਕਾਨੂੰਨ ਬਣਾਏ, ਕੋਈ ਘੋੜ ਸਵਾਰੀ ਨਹੀਂ ਕਰੇਗਾ, ਕੋਈ ਰਾਗ ਨਹੀਂ ਗਾਵੇਗਾ, ਕੋਈ ਚੰਗਾ ਲਿਬਾਸ ਨਹੀਂ ਪਹਿਨੇਗਾ, ਕੋਈ ਨਗਾਰਾ ਨਹੀਂ ਵਜਾਵੇਗਾ। ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਦੀ ਧਰਤੀ ਤੋਂ ਆਵਾਜ਼ ਦਿੱਤੀ, ਮੈਂ ਸਭ ਕੁਝ ਕਰਾਂਗਾ, ਤੂੰ ਡੱਕ ਕੇ ਵੇਖੀ। ਭੀਮ ਚੰਦ ਨੇ ਸਾਰੀਆਂ ਸ਼ਿਕਾਇਤਾਂ ਇੱਥੇ ਪਹੁੰਚਾਈਆਂ। 22 ਧਾਰ ਦੇ ਰਾਜਿਆਂ ਨੇ ਲਿਖਤੀ ਪੱਤਰ ਔਰੰਗਜ਼ੇਬ ਨੂੰ ਕੀਤਾ। ਉਹਨੇ ਕਿਹਾ ਤੂੰ ਗੁਰੂ ਗੋਬਿੰਦ ਸਿੰਘ ਦਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਕਰ ਦਿੱਤੀ ਹੈ, ਲੇਕਿਨ ਅਸੀਂ ਸ਼ਹਾਦਤ ਦਾ ਸ਼ਬਦ ਅਸੀਂ ਬੋਲ ਰਹੇ ਹਾਂ,
ਇਹ ਲੋਕ ਨਹੀਂ ਬੋਲਦੇ। ਉਹਨੇ ਕਿਹਾ ਜਿਹੜੀ ਗੁਰੂ ਗੋਬਿੰਦ ਸਿੰਘ ਅਨੰਦਪੁਰ ਦੀ ਧਰਤੀ ਤੇ ਫੌਜ ਤਿਆਰ ਕਰ ਰਿਹਾ, ਤੇਰੇ ਦਿੱਲੀ ਤਖਤ ਨੂੰ ਇੱਕ ਦਿਨ ਖਤਰਾ ਪੈਦਾ ਹੋਵੇਗਾ। ਇਹਨੇ ਕਿਹਾ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜੀਂਦੇ ਨੂੰ ਫੜ ਕੇ ਦਿੱਲੀ ਗ੍ਰਿਫਤਾਰ ਕਰਕੇ ਲਿਆਓਗੇ। ਇੱਥੇ ਕਈ ਜਰਨੈਲ ਬੈਠੇ, ਸੈਦ ਖਾਂ ਵਰਗੇ, ਸੈਦ ਬੇਗ ਵਰਗੇ, ਜਿਨ੍ਹਾਂ ਨੇ ਇਹ ਗੱਲ ਦੀ ਤੋਹੀਨ ਕਰ ਲਈ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਵਾਂਗੇ। ਖੈਰ ਘੇਰਾ ਪਿਆ, ਕਸਮਾਂ ਤੋੜ ਕੇ ਗੁਰੂ ਗੋਬਿੰਦ ਸਿੰਘ ਨੂੰ ਇਹਨਾਂ ਦੇ ਇਤਬਾਰ ਨਹੀਂ ਸੀ, ਪਤਾ ਸੀ, ਕਿਉਂਕਿ ਮਾਤਾ ਗੁਜਰ ਕੌਰ ਉਸ ਸਮੇਂ ਤਕਰੀਬਨ 80 ਕੁ ਸਾਲ ਦੀ ਉਮਰ ਬੀਤ ਚੁੱਕੀ ਸੀ। ਇਹਨੇ ਗੁਰੂ ਗੋਬਿੰਦ ਸਿੰਘ ਨੇ ਆਪਣੀ ਮਾਤਾ ਨੂੰ ਪੁੱਛਿਆ, ਮਾਤਾ ਜੀ ਜਿਹੜੀ ਜ਼ਾਲਮ ਸਰਕਾਰ ਹੈ, ਜ਼ੁਲਮ ਸਰਕਾਰ ਹੈ, ਮੁਗਲ ਸਰਕਾਰ ਹੈ, ਕਿਲਾ ਖਾਲੀ ਕਰਨ ਵਾਸਤੇ ਕਹਿ ਰਹੀ ਹੈ। ਮਾਤਾ ਜੀ ਨੇ ਇਹ ਗੱਲ ਦਾ ਜਵਾਬ ਦਿੱਤਾ। ਉਹਨੇ ਕਿਹਾ, ਪੁੱਤਰ ਜੀ ਜਿਹੜਿਆਂ ਲੋਕਾਂ ਨਾਲ ਤੁਹਾਡਾ ਵਹਿ ਪੈਣਾ, ਇਹਨਾਂ ਦਾ ਧਰਮ ਕੋਈ ਨਹੀਂ, ਇਹਨਾਂ ਨੂੰ ਆਪਣੇ ਧਰਮ ਤੇ ਯਕੀਨ ਨਹੀਂ, ਆਪਣੀ ਕੁਰਾਨ ਤੇ ਯਕੀਨ ਨਹੀਂ, ਅੰਜੀਲ ਤੇ ਯਕੀਨ ਨਹੀਂ, ਇਹ ਵਿਸ਼ਵਾਸਘਾਤ ਲੋਕ ਨੇ। ਪੁੱਤਰ ਜੀ ਤੁਹਾਡਾ ਵਾਹ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਨਾਲ ਪੈਣਾ, ਮੈਂ ਸਭ ਕੁਝ ਜਰਾਂਗੀ। ਖੈਰ ਮਾਤਾ ਜੀ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਿਕਲੇ, ਸਰਸਾ ਨਦੀ ਪਾਰ ਕੀਤੀ। ਅੰਮ੍ਰਿਤ ਵੇਲੇ ਇੱਥੇ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ। ਆਸਾ ਜੀ ਦੇ ਵਾਰ ਦੇ ਕੀਰਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤੇ। ਅਨੰਦਪੁਰ ਦੀ ਧਰਤੀ ਤੋਂ ਮਗਰੋਂ ਜ਼ਾਲਮਾਂ ਨੇ ਹੱਲਾ ਬੋਲ ਦਿੱਤਾ। ਭਾਈ ਉਦੈ ਸਿੰਘ ਸਾਹਿਬ ਚਮਕੌਰ ਸਰਸਾ ਦੇ ਕੰਢੇ ਤੇ ਹੀ ਸ਼ਹਾਦਤ ਪ੍ਰਾਪਤ ਕਰ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਸਾ ਛੂਕਦੀ ਸੀ, ਬੜਾ ਸਾਜੋ ਸਮਾਨ ਸਰਸਾ ਨਦੀ 'ਚ ਵਹਿ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ 52 ਕਵੀ ਸਨ, ਜਿਨ੍ਹਾਂ ਦੀ ਪਰਵਰਿਸ਼ ਪੌਂਟਾ ਸਾਹਿਬ ਦੀ ਧਰਤੀ ਤੇ ਕੀਤੀ ਸੀ। ਉਹਨਾਂ 52 ਕਵੀਆਂ ਦੀਆਂ ਜਿੰਨੀਆਂ ਕਵਿਤਾਵਾਂ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਲਿਖੀਆਂ ਸਨ, ਸਭ ਲਿਟਰੇਚਰ ਸਰਸਾ ਦੇ ਵਹਿਣ 'ਚ ਰੁੜ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਹਾਨ ਕਵੀ ਸਨ। ਜਿੱਥੇ ਸਰਬੰਸ ਦਾਨੀ ਨੇ, ਉੱਥੇ ਅੰਮ੍ਰਿਤ ਦੇ ਦਾਤੇ ਨੇ, ਉੱਥੇ ਚੇਲੇ ਵੀ ਨੇ, ਉੱਥੇ ਯੋਧੇ ਵੀ ਨੇ, ਉੱਥੇ ਸਰਬੰਸ ਦਾਨੀ ਵੀ ਨੇ। ਗੁਰੂ ਗੋਬਿੰਦ ਸਿੰਘ ਵਾਹਦ ਦੁਨੀਆ ਦੇ ਇੱਕੋ ਇੱਕ ਸ਼ਖਸੀਅਤ ਹੈ ਜਿਹਨੂੰ ਇਸ ਗੱਲ ਦਾ ਮਾਣ ਸੀ ਕਿ ਮੈਂ ਸ਼ਹੀਦ ਪਿਤਾ ਦਾ ਪੁੱਤਰ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਸ਼ੁਕਰ ਹੈ ਅੱਲਾ ਦਾ, ਮੈਂ ਪਹਿਲਾਂ ਇਹ ਗੱਲ ਆਪਣੇ ਜੇਲ 'ਚ ਆਪਣੇ ਮਾਣ ਮਕਸਦ ਦਾ ਮਹਿਸੂਸ ਕਰਦਾ ਸਾਂ ਕਿ ਮੈਂ ਸ਼ਹੀਦ ਪਿਤਾ ਦਾ ਪੁੱਤਰ ਹਾਂ। ਪਰ ਜਦੋਂ ਛੋਟੇ ਸਾਹਿਬਜ਼ਾਦੇ ਸਰਹੱਦ ਦੀਆਂ ਨੀਹਾਂ 'ਚ ਚਿਣਵਾਏ ਗਏ, ਮਾਤਾ ਗੁਜਰ ਕੌਰ ਦੀ ਸ਼ਹਾਦਤ ਹੋ ਗਈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, 40 ਸਿੰਘ ਚਮਕੌਰ ਦੀ ਗੜੀ 'ਚ ਸ਼ਹਾਦਤ ਪ੍ਰਾਪਤ ਕਰ ਗਏ। ਅੱਲਾ ਦਾ ਸ਼ੁਕਰ ਕੀਤਾ, ਪ੍ਰਮਾਤਮਾ ਦਾ ਸ਼ੁਕਰ ਕੀਤਾ। ਕਹਿੰਦਾ ਪਹਿਲਾਂ ਮੈਂ ਇਕੱਲਾ ਸ਼ਹੀਦ ਪਿਤਾ ਦਾ ਪੁੱਤਰ ਹੀ ਨਹੀਂ ਸੀ, ਅੱਜ ਸ਼ਹੀਦ ਪੁੱਤਰਾਂ ਦਾ ਪਿਤਾ ਵੀ ਮੈਂ ਵਾਂ। ਗੁਰੂ ਗੋਬਿੰਦ ਸਿੰਘ ਨੇ ਅੱਜ ਦੇ ਦਿਨ ਇਸ ਗੱਲ ਤੇ ਪ੍ਰਣ ਅਕਾਲ ਪੁਰਖ ਪ੍ਰਮਾਤਮਾ ਨਾਲ ਕੀਤਾ ਸੀ ਕਿ ਪਹਿਲਾਂ ਮੈਨੂੰ ਇਹ ਮਾਣ ਨਹੀਂ ਸੀ ਕਿ ਮੈਂ ਸ਼ਹੀਦ ਪਿਤਾ ਦਾ ਪੁੱਤਰ ਹਾਂ, ਅੱਜ ਮੈਂ ਸ਼ਹੀਦ ਪੁੱਤਰਾਂ ਦਾ ਵੀ ਪਿਤਾ ਹਾਂ। ਮੇਰਾ ਸਮਾਂ ਹੁੰਦਾ ਜਾ ਰਿਹਾ, ਮੈਂ ਬੜੇ ਸੰਕੋਚ ਵਿਚਾਰ 'ਚ ਇਤਿਹਾਸ ਸਰਹੰਦ ਦਾ ਕਹਿਣਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ 'ਚ ਵੰਡਿਆ ਗਿਆ। ਮਾਤਾ ਜੀ ਭਾਈ ਮਨੀ ਸਿੰਘ ਸਾਹਿਬ ਨਾਲ ਦਿੱਲੀ ਆ ਗਏ। ਦਿੱਲੀ ਆਉਣ ਦਾ ਕਾਰਨ ਭਾਈ ਮਨੀ ਸਿੰਘ ਸਾਹਿਬ ਜੀ ਦੇ ਭਾਈ ਲੱਖੀ ਸ਼ਾਹ ਵਣਜਾਰਾ ਸਹੁਰਾ ਸਾਹਿਬ ਸਨ। ਇਹਨਾਂ ਦੀ ਧੀ ਭਾਈ ਲੱਖੀ ਸ਼ਾਹ ਵਣਜਾਰਾ ਗੁਰਦੁਆਰਾ ਰਕਾਬਗੰਜ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਹਮੇਸ਼ਾ ਭਾਈ ਮਨੀ ਸਿੰਘ ਨੇ ਸੋਚਿਆ ਵੀ ਚਲੋ ਹੁਣ ਦਿੱਲੀ ਨੂੰ ਚੱਲਦੇ ਆ। ਭਾਈ ਮਨੀ ਸਿੰਘ ਮਾਤਾ ਜੀਆਂ ਨੂੰ ਨਾਲ ਲੈ ਕੇ ਆ ਗਏ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਤੇ ਚਲੇ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਹਿਲੀ ਜੰਗ 19 ਸਾਲਾਂ ਦੀ ਉਮਰ 'ਚ ਲੜੀ। 43 ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕੁੱਲ ਉਮਰ। ਪਹਿਲੀ ਜੰਗ 19 ਸਾਲਾਂ 'ਚ ਲੜੀ, ਭੰਗਾਣੀ ਦਾ ਯੁੱਧ ਜਿਹਨੂੰ ਪੜ੍ਹਦੇ ਹੋ। ਪਹਿਲੀ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਪੁੱਤਰ ਸ਼ਹਾਦਤ ਪ੍ਰਾਪਤ ਕਰ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਭੂਆ ਦੇ ਪੁੱਤਰ ਬੀਬੀ ਵੀਰੋ ਦੇ ਸ਼ਹਾਦਤ ਪ੍ਰਾਪਤ ਕਰ ਗਏ। ਅਨੇਕਾਂ ਸ਼ਹਾਦਤਾਂ ਹੋਈਆਂ, ਪਰ ਪਹਿਲੀ ਜੰਗ 19 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਨੇ ਲੜੀ। 43 ਸਾਲ ਦੀ ਕੁੱਲ ਉਮਰ, 19 ਤੋਂ 43 ਮਹਿਜ 23-24 ਸਾਲ ਦਾ ਵਕਤ ਬਣਦਾ। 14 ਜੰਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 19 ਸਾਲਾਂ ਤੋਂ 43 ਸਾਲਾਂ 'ਚ ਲੜੀਆਂ। 14 ਜੰਗਾਂ ਜਿੱਤੀਆਂ, ਜਿਨ੍ਹਾਂ 'ਚੋਂ ਪਹਿਲੀ ਜੰਗ ਭੰਗਾਣੀ ਦਾ ਯੁੱਧ, 6 ਜੰਗਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ, 2 ਚਮਕੌਰ ਸਾਹਿਬ ਦੀ ਧਰਤੀ ਤੇ ਤੀਜੀ ਮੁਕਤਸਰ ਸਾਹਿਬ ਦੀ ਧਰਤੀ ਤੇ ਹੋਈ। ਚਮਕੌਰ ਇਹ ਜੰਗ ਦਾ ਜਿਹੜਾ ਅੱਜ ਦੇ ਦਿਨਾਂ 'ਚ ਅਸੀਂ ਮਨਾ ਰਹੇ ਹਾਂ, ਇਹ ਇਤਿਹਾਸ ਚਮਕੌਰ ਦੀ ਗੜੀ ਦਾ ਇਤਿਹਾਸ ਹੈ, ਚਮਕੌਰ ਦੀ ਜੰਗ ਦਾ ਇਤਿਹਾਸ ਹੈ। ਖੈਰ ਇੱਕ ਵਾਰ ਗੁਰੂ ਗੋਬਿੰਦ ਸਿੰਘ ਕੁਸ਼ੇਤਰ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਣ ਡਏ ਸਨ। ਚਮਕੌਰ ਲਾਗੇ ਪਹੁੰਚੇ, ਉਦੋਂ ਸੈਦ ਬੇਗ ਇੱਕ ਵਾਰ ਹੱਲਾ ਕੀਤਾ। ਸੈਦ ਖਾਂ ਨੇ
ਇੱਕ ਵਾਰ ਹੱਲਾ ਕੀਤਾ ਸੈਦ ਬੇਗ ਨੇ। ਸੈਦ ਬੇਗ ਨੇ ਵੀ ਚਮਕੌਰ ਦੇ ਨੇੜੇ ਗੁਰੂ ਗੋਬਿੰਦ ਸਿੰਘ ਤੇ ਹੱਲਾ ਕੀਤਾ ਸੀ, ਉਹਨੂੰ ਮੂੰਹ ਦੀ ਖਾਣੀ ਪਈ। ਗੁਰੂ ਗੋਬਿੰਦ ਸਿੰਘ ਉਹ ਵੀ ਜੰਗ ਜਿੱਤ ਕੇ ਗਏ। ਚਮਕੌਰ ਦੀ ਦੂਜੀ ਜੰਗ ਹੈ ਜਦੋਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ। ਜਦੋਂ ਚਮਕੌਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਪਹੁੰਚੇ, ਰਣ ਮੈਦਾਨ ਦੇ ਵਿੱਚ ਕੱਲੇ ਕੱਲੇ 5-5 ਸਿੰਘਾਂ ਦਾ ਜਥਾ ਬਣਾ ਕੇ ਗੁਰੂ ਗੋਬਿੰਦ ਸਿੰਘ ਨੇ ਤੋਰਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 212 ਹਥਿਆਰਾਂ ਨੂੰ ਜਾਣਦੇ ਸਨ। 212 ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਨੇ ਲਿਖੀ, ਆਪਣੀ ਬੁੱਕ ਲਿਖੀ ਹੈ ਪ੍ਰਿੰਸੀਪਲ ਸਤਬੀਰ ਸਿੰਘ ਨੇ, ਉਹਦਾ ਨਾਮ ਹੈ ਪੁਰਖ ਭਗਵੰਤ। ਪੁਰਖ ਭਗਵੰਤ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਗੁਰੂ ਗੋਬਿੰਦ ਸਿੰਘ 212 ਸ਼ਾਸਤਰਾਂ ਦੀ ਗਿਆਨ ਰੱਖਦੇ ਸਨ ਤੇ 212 ਸ਼ਾਸਤਰਾਂ ਨੂੰ ਚਲਾਉਣਾ ਜਾਣਦੇ ਸਨ। ਵਾਹਦ ਦੁਨੀਆ ਦੇ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਸੱਜੇ ਹੱਥ ਨਾਲ ਵੀ ਤੀਰ ਚਲਾ ਸਕਦਾ ਸੀ ਤੇ ਖੱਬੇ ਨਾਲ ਵੀ ਚਲਾ ਸਕਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਤੀਰ ਨਿਸ਼ਾਨਾ ਕਿੱਡਾ ਕੁ ਵੱਡਾ ਸੀ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ। ਤੁਸੀਂ ਦਰਸ਼ਨ ਕੀਤੇ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ। ਮੋਤੀ ਬਾਗ ਸਾਹਿਬ ਤੋਂ ਬੈਠਿਆ ਗੁਰੂ ਗੋਬਿੰਦ ਸਿੰਘ ਨੇ ਤੀਰ ਚਲਾਇਆ ਸੀ, ਲਾਲ ਕਿਲੇ ਬਹਾਦਰ ਸ਼ਾਹ ਦੇ ਮੰਜੇ ਦੇ ਪਾਵੇ 'ਚ ਵੱਜਾ ਸੀ। ਏਡੇ ਤੀਰ ਨਿਸ਼ਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਨ। ਚਮਕੌਰ ਦੀ ਗੜੀ ਤੇ ਬੈਠ ਕੇ ਜਦੋਂ ਪੁੱਤਰ ਜੰਗ ਲੜਦੇ ਸਨ, ਬਾਬਾ ਅਜੀਤ ਸਿੰਘ ਦੀ ਜੰਗ ਆਪਣੇ ਅੱਖਾਂ ਨਾਲ ਵੇਖੀ ਰਣ ਮੈਦਾਨ ਦੇ ਵਿੱਚ। ਬਾਬਾ ਜੁਝਾਰ ਸਿੰਘ ਆਏ, ਪਿਤਾ ਜੀ ਵੱਡੇ ਭਰਾਤਾ ਗਏ ਨੇ, ਮੈਨੂੰ ਵੀ ਤੋਰੋ। ਗੁਰੂ ਗੋਬਿੰਦ ਸਿੰਘ ਨੇ ਇੱਕੋ ਗੱਲ ਆਖੀ, ਉਹਨੇ ਕਿਹਾ ਪੁੱਤ ਜੇ ਮੈਂ ਅੱਜ ਆਵਾਜ਼ ਮਾਰ ਕੇ ਤੈਨੂੰ ਤੋਰਦਾ ਇਤਿਹਾਸ ਕੁਝ ਹੋਰ ਹੋਣਾ ਹੀ। ਮੇਰੇ ਲਖਤੇ ਜਿਗਰ ਤੂੰ ਆਪ ਆਇਆ ਕਿ ਮੇਰੇ ਵੱਡੇ ਭਰਾਤਾ ਚਲੇ ਗਏ ਨੇ, ਮੈਨੂੰ ਵੀ ਤੋਰ ਦਿਓ। ਗੁਰੂ ਗੋਬਿੰਦ ਸਿੰਘ ਨੇ ਪੰਜਾਂ ਦਾ ਜਥਾ ਤੋਰ ਦਿੱਤਾ। ਭਾਈ ਦਇਆ ਸਿੰਘ ਨੇ ਆਖਿਆ, ਜਦੋਂ ਗੁਰੂ ਗੋਬਿੰਦ ਸਿੰਘ ਨੇ ਆਖਿਆ ਮੇਰੀ ਗੱਲ ਸੁਣੋ ਭਾਈ ਦਇਆ ਸਿੰਘ ਸਾਹਿਬ, ਦੁਨੀਆ ਤੇ ਇਹ ਤੋਂ ਵੱਡੀ ਮਹਾਨਤਾ ਦੀ ਜਗ੍ਹਾ ਹੋਰ ਕੋਈ ਨਹੀਂ ਚਮਕੌਰ ਨਾਲੋਂ, जिस अल्लाह यार खां योगी ने कहा हिंद में एक ही तीर्थ है यात्रा के लिए, यहाँ बाप ने कटाए बेटे खुदा के लिए। ਇਹਦੇ ਤੋਂ ਵੱਡੀ ਹੋਰ ਕੋਈ ਜਗ੍ਹਾ ਨਹੀਂ, ਮੈਨੂੰ ਵੀ ਸ਼ਹਾਦਤ ਇੱਥੇ ਹੀ ਪ੍ਰਾਪਤ ਕਰ ਲੈਣ ਦਿਓ। ਭਾਈ ਦਇਆ ਸਿੰਘ ਨੇ ਆਖਿਆ ਗੁਰੂ ਸਾਹਿਬ ਜੀ ਏਡੀ ਕਾਲੀ ਨਾ ਕਰੋ, ਤੁਸੀਂ ਚਲੇ ਗਏ ਸਾਨੂੰ ਗੁਰੂ ਗੋਬਿੰਦ ਸਿੰਘ ਨਹੀਂ ਮਿਲਣਾ, ਤੁਸੀਂ ਬਚ ਗਏ ਤੁਸੀਂ ਫੌਜਾਂ ਤਿਆਰ ਕਰ ਲਓਗੇ। ਇੱਥੇ ਕਰਤਾਰ ਸਿੰਘ ਬਲਗਣ ਨੇ ਇੱਕ ਲੈਣਾ ਲਿਖੀਆਂ ਨੇ। ਭਾਈ ਦਇਆ ਸਿੰਘ ਨੇ ਆਖਿਆ ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦੇ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਮੇਰੀ ਰੂਹ ਇਸ ਮੌਤ ਨੂੰ ਛੂਕਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਗੱਲਾਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲਟਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ, ਮੈਨੂੰ ਲੱਖ ਵਾਰੀ ਕੋਈ ਰਣ ਦਾ ਚੋਰ ਸਮਝੇ, ਪਰ ਗੁਰੂ ਗੋਬਿੰਦ ਸਿੰਘ ਇਹ ਨਾ ਸੁਣੇ ਕਿ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਬਣਦੇ ਕਦੇ ਇਤਿਹਾਸ ਨਾ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਤੇ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਉਹ ਕਦਰ ਜ਼ਿੰਦਗੀ ਦੀ ਉਹੀ ਪਾ ਸਕਦਾ ਤੇ ਜਿਹੜੀ ਕੌਮ ਨੂੰ ਮਰਨ ਦਾ ਚੱਲ ਪੈ ਜੇ, ਪੈਣਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਤੇ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ, ਤੇ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਈ ਦਇਆ ਸਿੰਘ ਦਾ ਹੁਕਮ ਮੰਨ ਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨਾਲ ਚਮਕੌਰ ਦੀ ਗੜੀ ਨੂੰ ਛੱਡ ਦਿੱਤਾ। ਕਲਗੀ ਤੋੜਾ ਸੰਗਤ ਸਿੰਘ ਨੂੰ ਦੇ ਦਿੱਤਾ। ਸੰਗਤ ਸਿੰਘ ਦੀ ਜਿਹੜੀ ਸ਼ਕਲ ਦੀ ਨੁਹਾਰ ਸੀ, ਨੈਣ ਨਕਸ਼ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਬੜਾ ਮੇਲ ਖਾਂਦੇ ਸਨ। ਚਮਕੌਰ ਦੀ ਗੜੀ 'ਚ ਜਦੋਂ ਗੁਰੂ ਗੋਬਿੰਦ ਸਿੰਘ ਛੱਡ ਕੇ ਅੱਗੇ ਤੁਰੇ, ਉਸ ਸਮੇਂ 17 ਸਿੰਘ ਚਮਕੌਰ ਦੀ ਗੜੀ 'ਚ ਸਨ। ਅਗਲੇ ਦਿਨ ਇਹਨਾਂ ਨੇ ਧਾਵਾ ਬੋਲ ਦਿੱਤਾ, ਸ਼ਹਾਦਤਾਂ ਹੋ ਗਈਆਂ। ਇਧਰੋਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਸਹੇੜੀ ਪਿੰਡ ਦੇ ਵਿੱਚ ਗੰਗੂ ਗੁਰੂ ਘਰ ਦਾ ਨਮਕ ਹਰਾਮੀ, ਜਿਹਨੇ ਗੁਰੂ ਘਰ ਦਾ ਨਮਕ ਖਾਧਾ ਸੀ, ਆਪਣੇ ਘਰ ਲੈ ਗਿਆ। ਆਪਣੇ ਘਰ ਇਹਦਾ ਮਨ ਬੇਈਮਾਨ ਹੋ ਗਿਆ। ਜਿਸ ਵੇਲੇ ਕਿਲਾ ਛੱਡਿਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਲਾ ਛੱਡਣ ਤੋਂ ਪਹਿਲਾਂ ਕੁਝ ਸਮਾਨ ਸਾਜੋ ਤੋਰਿਆ ਗੱਡਿਆਂ ਤੇ ਲੱਦ ਕੇ। ਆਪ ਕੋਈ ਜੀ ਨਾਲ ਨਹੀਂ, ਕੋਈ ਸਿੱਖ ਨਾਲ ਨਹੀਂ,
ਪਰ ਉਦੋਂ ਵੀ ਧਾਵਾ ਬੋਲਤਾ ਹਾਕਮਾਂ ਨੇ, ਕਹਿੰਦੇ ਮੈਂ ਤੁਹਾਨੂੰ ਪਰਖਣਾ ਸੀ ਇੱਕ ਦਿਨ ਪਹਿਲਾਂ ਗੱਡੇ ਤੋੜ ਕੇ ਵੀ ਤੁਹਾਨੂੰ ਤੁਹਾਡੀਆਂ ਕਸਮਾਂ ਤੇ ਯਕੀਨ ਹੈ, ਕੀ ਤੁਸੀਂ ਕਸਮਾਂ ਮੰਨਦੇ ਹੋ? ਪਰ ਇਹ ਨਹੀਂ ਮੰਨੇ। ਅਗਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਕਿਲ੍ਹਾ ਛੱਡਿਆ। ਇਤਿਹਾਸਕਾਰ ਦੱਸਦੇ ਨੇ ਵੀ ਬਹੁਤ ਜ਼ਰੂਰੀ ਸਮਾਨ ਜਿਹੜਾ ਨਾਲ ਖੜਿਆ, ਕੁਝ ਸਮਾਨ ਜ਼ਰੂਰੀ ਅਗਨ ਭੇਟ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਲ੍ਹੇ ਦੇ ਵਿੱਚ ਕਰ ਗਏ ਵੀ ਇਹਨਾਂ ਦੇ ਹੱਥ ਨਾ ਲੱਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਰਨ ਲੱਗਿਆ ਮਾਤਾ ਜੀ ਨੇ ਮੋਹਰਾਂ ਪਾ ਲਈਆਂ, ਜਿਨ੍ਹਾਂ ਮੋਹਰਾਂ ਦੇ ਗੰਗੂ ਦਾ ਮਨ ਬੇਈਮਾਨ ਹੋਇਆ, ਮੋਹਰਾਂ ਚਰਾਉਣ ਲੱਗਾ। ਮੋਰਿੰਡੇ ਥਾਣੇ ਦੇ ਵਿੱਚ ਜਾ ਕੇ ਕੀ ਗਲਸ਼ਦਾ ਇਹਨੇ ਗਲਸ਼ਿਆ, ਇਹਨੇ ਕਿਹਾ ਗੁਰੂ ਗੋਬਿੰਦ ਸਿੰਘ ਤੁਹਾਡੇ ਕੋਲ ਚਮਕੌਰ ਦੀ ਗੜੀ ਦੇ ਵਿੱਚ ਫੜਿਆ ਨਹੀਂ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰ ਉੱਥੇ ਸ਼ਹਾਦਤ ਪ੍ਰਾਪਤ ਕਰ ਗਏ ਨੇ। ਗੁਰੂ ਗੋਬਿੰਦ ਸਿੰਘ ਜੀਦਾ ਨਿਕਲ ਗਿਆ। ਮੋਰਿੰਡੇ ਦੇ ਥਾਣੇ ਕੋਤਵਾਲ ਨੂੰ ਜਾ ਕੇ ਕਹਿੰਦਾ ਮੇਰੀ ਗੱਲ ਸੁਣੋ, ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ, ਦੋ ਪੁੱਤਰ ਤੇ ਉਹਨਾਂ ਦੀ ਮਾਤਾ ਇਸ ਵੇਲੇ ਮੇਰੇ ਘਰ ਨੇ। ਉਹਨਾਂ ਨੂੰ ਖੁਸ਼ੀ ਚੜ ਗਈ। ਉਹਨਾਂ ਨੇ ਕਿਹਾ ਫੜਨਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਸੀ, ਚਲੋ ਨਹੀਂ ਫੜੇਗੇ ਤੇ ਗੱਲ ਵੱਖਰੀ, ਆਪਾਂ ਮਾਤਾ ਨੂੰ ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰਦੇ ਆ। ਇਹ ਆਪਣੇ ਅੰਦਰ ਦਾ ਅਵਾਲ ਕੀ ਕੱਢਦਾ ਥਾਣੇ 'ਚ ਬੈਠਾ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਨੂੰ ਗ੍ਰਿਫਤਾਰ ਕਰਵਾ ਕੇ ਸਾਰੀ ਕੋਤਵਾਲ ਨੂੰ ਦੱਸ ਕੇ ਜਿਵੇਂ ਉੱਥੋਂ ਗ੍ਰਿਫਤਾਰ ਕਰਦੇ ਉਸ ਵੇਲੇ ਦੀ ਵਾਰ ਇਹਨਾਂ ਸ਼ਬਦਾਂ 'ਚ ਹੈ, ਇਸ ਤਰ੍ਹਾਂ ਸਰਵਣ ਕਰੋ ਜੀ। ਗੰਗੂ ਕਹਿੰਦਾ ਜਾ ਕੇ ਮਰਿੰਡੇ ਥਾਣੇ ਹੈ, ਘੇਰ ਕੇ ਬਿਠਾਏ ਬਾਕੀ ਤਿੰਨ ਜਾਣੇ ਹੈ। ਉਹ ਆਏ ਹੱਥੀ ਮੇਰੇ ਪਿੱਛੇ ਲੰਮੀ ਪਾਈ ਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ। ਗੰਗੂ ਕਹਿੰਦਾ ਜਾ ਕੇ ਮਰਿੰਡੇ ਥਾਣੇ ਹੈ, ਘੇਰ ਕੇ ਬਿਠਾਏ ਬਾਕੀ ਤਿੰਨ ਜਾਣੇ ਹੈ। ਮੇਰੇ ਪਿੱਛੇ ਲੰਬੀ ਤਾਈ ਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ। ਮੈਂ ਹਾਂ ਪ੍ਰਭਾਵਿਤ ਸ਼ਾਹ ਦੇ ਲਾਨਾ ਤੋਂ, ਚੰਗਾ ਸਮਾਂ ਆਊ ਜਾਪਿਆ ਨਵਾਨਾ ਤੋਂ। ਓ ਸ਼ਰਾ ਸਾਵੇਂ ਨਿਤ ਕਾਕਰ ਉਡਾਈ ਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ। ਜਿਹਦੀ ਤੇਗ ਕੱਟੇ ਕਈ ਮੁਗਲ ਸੂਰਮੇ, ਕਰਦਾ ਬਗਾਵਤਾਂ ਰਹੇ ਕਰੂਰ ਮੇ। ਅੱਜ ਉਹਦੇ ਬਾਲ, ਅੱਜ ਉਹਦੇ ਬਾਲ ਛੱਡਣੇ ਨਹੀਂ ਚਾਹੀਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ। ਬੀਤ ਗਿਆ ਵੇਲਾ ਫੇਰ ਹੱਥ ਆਉਣਾ ਨਹੀਂ, ਕੇਰਾਂਗੇ ਕਿਸ ਕੰਮ ਕਿਸੇ ਨੇ ਫੜਾਉਣਾ ਨਹੀਂ। ਉਹ ਵੈਰੀ ਹੱਥ ਆਇਆ ਖਫੂ ਨੇ ਚੁਕਾਈ ਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ। ਤੀਰਾਂ ਜੋਰ ਜਿਹੜੇ ਉਲਟਾਵੇ ਮਾਹੀ ਨੂੰ, ਛੱਡੋ ਨਾ ਬੰਸ ਉਹਦੀ ਹੱਥ ਆਈ ਨੂੰ। ਉਹ ਸੱਪਾਂ ਦੇ ਬੱਚਿਆਂ ਨੂੰ, ਸੱਪਾਂ ਦੇ ਬੱਚਿਆਂ ਨੂੰ ਦੁੱਧ ਨਹੀਂ ਪਿਲਾਈ ਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ। ਵਧੂ ਤੁਹਾਡਾ ਆਉਂਦਾ ਮੈਨੂੰ ਵੀ ਜਗੀਰ ਜੀ, ਢੂੰਡਦਾ ਨਿਸ਼ਾਨੇ ਦੋ ਇੱਕੋ ਹੀ ਤੀਰ ਜੀ। ਉਹ ਫੜ ਕੇ ਪੇਸ਼ ਕਰੋ ਔਰੰਗੇ ਸ਼ਾਹੀ ਦੇ, ਫੜ ਕੇ ਪੇਸ਼ ਕਰੋ ਰੰਗੇ ਸਾਹੀ ਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਹੀ ਦੇ। ਜਿਹਦੀ ਤੇਗ ਕੱਟੇ ਕਈ ਮੁਗਲ ਸੂਰਮੇ, ਕਰਦਾ ਬਗਾਵਤਾਂ ਰਹੇ ਗਰੂਰ ਮੇ। ਉਹ ਸਿਆਣੇ ਕਹਿੰਦੇ ਵੰਡ ਕੇ ਇਨਾਮ ਪਾਈ ਦੇ, ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਮਾਤਾ ਜੀ ਦੀ ਨੇ ਮੋਰਿੰਡੇ ਥਾਣੇ 'ਚ ਸ਼ਿਕਾਇਤ ਕੀਤੀ
ਮੋਰਿੰਡੇ ਦਾ ਕੋਟਵਾਲ ਗ੍ਰਿਫਤਾਰ ਕਰਨ ਆ ਗਿਆ। ਮਾਤਾ ਜੀ ਨੇ ਕਿਹਾ ਤੁਸੀਂ ਮੇਰੇ ਬੱਚਿਆਂ ਨੂੰ ਗ੍ਰਿਫਤਾਰ ਕਰ ਰਹੇ ਹੋ, ਮੈਨੂੰ ਕਰ ਰਹੇ ਹੋ। ਮੈਂ ਸੁਣਿਆ ਵੀ ਇਸ ਦੇਸ਼ ਦੇ ਵਿੱਚ ਜਦੋਂ ਪੁਲਿਸ ਫੜ ਕੇ ਖੜਦੀ ਹੈ, ਉਹ ਹੱਥ ਕੜੀਆਂ ਲਾਉਂਦੀ ਹੈ, ਉਹ ਪੈਰਾਂ ਨੂੰ ਜੰਜੀਰਾਂ ਬੰਨ੍ਹਦੀ ਹੈ, ਤੇ ਮੈਨੂੰ ਕਿਸ ਦੋਸ਼ 'ਚ ਖੜਨ ਲੱਗੇ ਹੋ? ਕਹਿਣ ਲੱਗੇ ਤੁਸੀਂ ਬਾਗੀ ਦੇ ਪੁੱਤਰ ਹੋ, ਤੁਸੀਂ ਬਾਗੀ ਦੇ ਮਾਤਾ ਹੋ। ਇਸ ਕੇਸ ਵਿੱਚ ਕਹਿਣ ਲੱਗੀ ਜੇ ਮੈਂ ਬਾਗੀ ਦੀ ਮਾਂ ਵਾਂ, ਮੇਰੇ ਸਾਹਿਬਜ਼ਾਦੇ ਬਾਗੀ ਦੇ ਪੁੱਤਰ ਨੇ, ਫਿਰ ਹੱਥ ਕੜੀਆਂ ਲਾਓ, ਫਿਰ ਇਸ ਤਰ੍ਹਾਂ ਕਿਉਂ ਬਿਠਾ ਰਹੇ ਹੋ? ਸਾਨੂੰ ਪਤਾ ਲੱਗੇ ਕਿ ਅਸੀਂ ਇਸ ਦੇਸ਼ ਦੇ ਵਿੱਚ ਅਪਰਾਧ ਕੀਤਾ, ਔਰ ਜਿਹਨੇ ਅਪਰਾਧ ਕੀਤਾ ਹੋਵੇ ਹੱਥ ਕੜੀਆਂ ਉਹਨੂੰ ਲੱਗਦੀਆਂ ਨੇ, ਦੂਜੇ ਨੂੰ ਕਿਹਨੂੰ ਲੱਗਦੀਆਂ ਨੇ? ਇਹਨਾਂ ਨੇ ਇੱਥੋਂ ਗ੍ਰਿਫਤਾਰ ਕਰਕੇ ਸੂਬੇ ਸਰਹੱਦ ਦੀ ਕਚਹਿਰੀ 'ਚ ਪੇਸ਼ ਕੀਤਾ। ਸੂਬੇ ਸਰਹੱਦ ਦੀ ਕਚਹਿਰੀ ਦੇ ਵਿੱਚ ਸੂਬੇ ਸਰਹੱਦ ਨੂੰ ਪੁੱਛਿਆ ਵੀ ਅੱਜ ਸਾਹਿਬਜ਼ਾਦੇ ਸਰਹੱਦ ਲਿਆਂਦੇ ਗਏ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਾਤਾ ਜੀ ਵੀ ਨਾਲ ਨੇ। ਮਾਤਾ ਜੀ ਨੂੰ ਸਾਰੀ ਵਾਰਤਾਲਾਪ ਦੱਸੀ ਵੀ ਤੁਹਾਨੂੰ ਸਰਹੱਦ ਖੜਿਆ ਜਾਵੇਗਾ। ਉਸ ਵੇਲੇ ਸੂਬੇ ਸਰਹੱਦ ਨੇ ਕਿਹਾ ਵੀ ਇਹਨਾਂ ਨੂੰ ਕਿੱਥੇ ਕੈਦ ਕਰਨਾ ਹੈ। ਉਸ ਵਕਤ ਸੰਗਤ ਜੀ ਸੂਬੇ ਸਰਹੱਦ ਦੇ ਮੂੰਹੋਂ ਠੰਡਾ ਬੁਰਜ ਨਿਕਲਿਆ। ਠੰਡਾ ਬੁਰਜ ਉਹ ਬੁਰਜ ਜਿਹਦੇ ਵਿੱਚ ਗਰਮੀਆਂ ਦੇ ਦਿਨਾਂ 'ਚ ਸੂਬੇ ਹੋਣੀ ਬਹਿੰਦੇ ਸਨ, ਵਜ਼ੀਰ ਖਾਂ ਬਹਿੰਦਾ ਸੀ, ਚਾਰ ਚੁਫੇਰਿਓਂ ਖੁੱਲਾ ਸੀ, ਹਵਾਦਾਰ ਹਵਾ ਆਉਂਦੀ ਸੀ। ਪਰ ਅੱਜ ਦੇ ਦਿਨਾਂ 'ਚ ਵੇਖੋ ਨਾ, ਉਸ ਸਮੇਂ ਮਾਤਾ ਜੀ ਕੋਲ ਕੋਈ ਕੱਪੜਾ ਨਹੀਂ। ਔਰ ਮੈਂ ਇੱਕ ਗੱਲ ਹੋਰ ਕਰ ਜਾਵਾਂ, ਅਸੀਂ ਕੱਲਾ ਜਾਣਦੇ ਹਾਂ ਵੀ ਉਹਨਾਂ ਨੂੰ ਨੀਹਾਂ 'ਚ ਚਿਣਵਾ ਕੇ ਦੀਵਾਰਾਂ 'ਚ ਚਿਣਾ ਕੇ ਸ਼ਹੀਦ ਕੀਤਾ ਗਿਆ, ਨਹੀਂ। ਜਿੱਦਣ ਤੋਂ ਕਿਲਾ ਛੱਡਿਆ ਖਾਣ ਨੂੰ ਕੁਝ ਨਹੀਂ ਦਿੱਤਾ ਗਿਆ, ਪੀਣ ਨੂੰ ਪਾਣੀ ਨਹੀਂ ਦਿੱਤਾ ਗਿਆ, ਔਰ ਸਾਨੂੰ ਇੱਕ ਸਮੇਂ ਖਾਣ ਨੂੰ ਨਾ ਮਿਲੇ ਸਾਡੇ ਤੇ ਕੀ ਬੀਤਦੀ ਹੈ। ਅਸੀਂ ਪਰਿਵਾਰ ਦੇ ਵਿੱਚ ਲੜਾਈ ਪਾ ਲੈਂਦੇ ਹਾਂ ਵੀ ਮੈਨੂੰ ਸਵੇਰ ਦੀ ਕਿਸੇ ਨੇ ਰੋਟੀ ਨਹੀਂ ਪੁੱਛੀ, ਮੈਨੂੰ ਕੋਈ ਪਾਣੀ ਨਹੀਂ ਪੁੱਛਣ ਡਿਆ। ਜਿਸ ਵੇਲੇ ਮਾਤਾ ਜੀ ਨੇ ਗੰਗੂ ਨੂੰ ਆਖਿਆ ਸੀ ਪੁੱਤ ਕੁਝ ਖਾਣ ਨੂੰ ਦੇ ਸਾਡੇ ਮੇਰੇ ਪੁੱਤਰਾਂ ਨੂੰ, ਜਿਹੜੀ ਉਸ ਵੇਲੇ ਗੰਗੂ ਨੇ ਲਿਆ ਕੇ ਰੋਟੀ ਦਿੱਤੀ ਸੀ, ਇਤਿਹਾਸਕਾਰ ਦੱਸਦੇ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਮਾਂ ਅਸੀਂ ਕਿਤੇ ਕਿਲੇ ਦੇ ਵਿੱਚ ਇਹੋ ਜਿਹਾ ਖਾਣਾ ਖਾਂਦੇ ਸਾਂ ਜਿਹੜਾ ਅੱਜ ਸਾਨੂੰ ਦਿੱਤਾ ਗਿਆ। ਇਤਿਹਾਸਕਾਰ ਨੇ ਲਿਖਿਆ ਇਨ ਖਾਣੇ ਕੋ ਕਾਗ ਨਾ ਕੂਕਰ ਖਾਇਓ। ਕਹਿਣ ਲੱਗੇ ਮਾਤਾ ਜੀ ਸਾਡੇ ਘਰ ਦੇ ਵਿੱਚ ਇਹ ਖਾਣਾ ਤੇ ਕਾਂ ਵੀ ਨਹੀਂ ਖਾਂਦੇ ਤੇ ਕੁੱਤੇ ਵੀ ਨਹੀਂ ਖਾਂਦੇ ਜਿਹੜਾ ਸਾਡੇ ਅੱਗੇ ਪਾਇਆ ਗਿਆ। ਕੁਝ ਨਹੀਂ ਦਿੱਤਾ ਗਿਆ ਖਾਣ ਨੂੰ। ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ। ਕੜਕਦੀ ਠੰਡ, ਸੀਤ ਲਹਿਰ, ਤੇ ਮਾਤਾ ਕਹਿੰਦੀ ਸਾਹਿਬਜ਼ਾਦਿਆਂ ਨੂੰ, ਬਾਬਾ ਜ਼ੋਰਾਵਰ ਸਿੰਘ ਨੂੰ, ਬਾਬਾ ਫਤਿਹ ਸਿੰਘ ਨੂੰ, ਆਓ ਪੁੱਤਰੋ ਮੈਂ ਤੁਹਾਨੂੰ ਨਿੱਘ ਦੇਵਾਂ। ਕਹਿਣ ਲੱਗੇ ਮਾਂ ਝੂਠ ਬੋਲ ਰਹੇ ਹੋ, ਅੱਗੇ ਤਾਂ ਤੁਸੀਂ ਕਦੇ ਸਾਡੇ ਨਾਲ ਝੂਠ ਬੋਲੇ ਨਹੀਂ, ਅੱਜ ਕਹਿਣ ਦੇ ਤੁਹਾਨੂੰ ਨਿੱਘ ਦੇਵਾਂ। ਨਿੱਘ ਕਾਹਦਾ ਦਓਗੇ? ਥੱਲੇ ਤੇ ਕੁਝ ਵਿਛਿਆ ਨਹੀਂ, ਕੋਈ ਸਾਡੇ ਕੋਲ ਕੱਪੜਾ ਨਹੀਂ ਬੁੱਕਲ ਮਾਰਨ ਵਾਸਤੇ, ਕੋਈ ਉੱਤੇ ਲੈਣ ਵਾਸਤੇ ਬਸਤਰ ਨਹੀਂ, ਤੇ ਤੁਸੀਂ ਕਹਿਣ ਦੇ ਨਿੱਘ ਦੋ, ਨਿੱਘ ਦਵਾਂਗੀਆਂ। ਮਾਤਾ ਕਾਹਦਾ ਨਿੱਘ ਦਓਗੀਆਂ? ਕਹਿਣ ਲੱਗੀ ਪੁੱਤ ਜਿਹੜਾ ਤੁਹਾਨੂੰ ਅੱਜ ਨਿੱਘ ਮਿਲਣਾ ਉਹ ਲਾਹੌਰ ਦੀ ਧਰਤੀ ਤੇ ਤੁਹਾਡੇ ਦਾਦੇ ਦਾ ਦਾਦਾ ਤੱਤੀ ਤਵੀ ਤੇ ਬੈਠਾ ਸੀ, ਉਹ ਨਿਕਲਦੀ ਹੋਈ ਅੱਗ ਅੱਜ ਤੁਹਾਨੂੰ ਇਸ ਠੰਡੇ ਬੁਰਜ 'ਚ ਨਿੱਘ ਦੇਵੇਗੀ। ਮਾਤਾ ਨੇ ਕਿਹਾ ਪੁੱਤਰੋ ਤੁਹਾਡੇ ਦਾਦੇ ਦਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ 69 ਸਾਲ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਜਿਸ ਸਮੇਂ ਹੋਈ 15 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਗਮਨ ਹੋਇਆ, ਤੇ 69 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ। 69 ਸਾਲਾਂ ਬਾਅਦ ਪਹਿਲਾਂ ਦਾਦਾ ਸ਼ਹੀਦ ਹੋਇਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, 69 ਸਾਲਾਂ ਬਾਅਦ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ। ਹੁਣ ਇਹ ਵਾਰੀ ਪੋਤਰਿਆਂ ਦੀ ਹੈ। ਕਹਿਣ ਲੱਗੀ ਤੁਹਾਡੇ ਦਾਦੇ ਦਾ ਦਾਦਾ ਉਹ ਲਾਹੌਰ ਦੀ ਧਰਤੀ ਦੇ ਪੁੱਤ ਤੱਤੀ ਤਵੀ ਦੇ ਬਹਿ ਗਿਆ ਸੀ, ਅੱਜ ਉਸ ਤੱਤੀ ਤਵੀ ਦਾ ਸੇਕ, ਉਸ ਜ਼ਾਲਮ ਸਰਕਾਰ ਦੀ ਅੱਗ ਦਾ ਨਿੱਘ ਅੱਜ ਤੁਹਾਨੂੰ ਠੰਡੇ ਬੁਰਜ ਦੇ ਵਿੱਚ ਮਿਲੇਗਾ। ਠੰਡੇ ਬੁਰਜ ਦੇ ਵਿੱਚ ਮਾਤਾ ਨੇ ਦਾਦੇ ਦੀਆਂ ਪੜਦਾਦੇ ਦੀਆਂ ਗੱਲਾਂ ਦਾ ਨਿੱਘ ਦਿੱਤਾ। ਮੇਰੀਓ ਮਾਤਾਵੋਂ, ਮੇਰੀਓ ਭੈਣੋਂ, ਸਤਿਕਾਰਯੋਗ ਦਾਦੀਆਂ ਬੈਠੀਆਂ ਨੇ। ਉਹ ਦਾਦੀ ਜਦੋਂ ਸੂਬੇ ਦੇ ਸਰਹੱਦ ਦੀ ਕਚਹਿਰੀ 'ਚ ਜਾਂਦੀ ਸੀ, ਦਾਦੀ ਨੂੰ ਨਾਲ ਨਹੀਂ ਸੀ ਖੜਦੇ। 3 ਪੇਸ਼ੀਆਂ ਹੋਈਆਂ, 3 ਪੇਸ਼ੀਆਂ 'ਚ ਉਹਨਾਂ ਦਾਦੀ ਨੂੰ ਨਾਲ ਨਹੀਂ ਖੜਿਆ। ਸੂਬੇ ਸਰਹੱਦ ਦੀ ਇਹ ਸੋਚ ਸੀ, ਕਹਿਣ ਲੱਗਾ ਜੇ ਸਾਹਮਣੇ ਦਾਦੀ ਹੋਈ ਤੇ ਇਹਨਾਂ ਕਦੇ ਡੋਲਣਾ ਨਹੀਂ। ਦਾਦੀ ਨਾਲੋਂ ਤੋੜੋ, ਧਰਮ ਨਾਲੋਂ ਆਪੇ ਟੁੱਟ ਜਾਣਗੇ। ਕਾਰਨ ਤੁਹਾਡਾ ਕੀ ਖਿਆਲ ਆ ਵੀ ਸਰਕਾਰਾਂ ਮਾਰਦੀਆਂ ਨੇ? ਸਰਕਾਰਾਂ ਕਦੇ ਨਹੀਂ ਮਾਰਦੀਆਂ। ਸਰਕਾਰਾਂ ਬਦਲ ਰਹੀਆਂ ਨੇ, ਬੰਦੇ ਮਾਰਦੀਆਂ ਨਹੀਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸਰਕਾਰ ਨੇ ਮਾਰਨਾ ਨਹੀਂ ਸੀ,
ਕਹਿੰਦੇ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਇਤਾਂ ਦਰਜ ਕਰ ਦਿਓ, ਤੁਹਾਨੂੰ ਬਖਸ਼ ਦਿੱਤਾ ਜਾਵੇਗਾ, ਈਨ ਮੰਨ ਲਓ। ਗੁਰੂ ਨਹੀਂ ਬਦਲੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹੋ ਗੱਲਾਂ ਕਰਾਮਾਤ ਦਿਖਾਓ, ਈਨ ਮੰਨ ਲਓ। ਗੁਰੂ ਤੇਗ ਬਹਾਦਰ ਸਾਹਿਬ ਨਹੀਂ ਬਦਲੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਅੱਖਾਂ ਸਾਹਮਣੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਸ਼ਹੀਦ ਹੋਏ। ਜਲਾਦ ਨੇ ਆਖਿਆ ਵੇਖਿਆ ਸਾਹਮਣੇ ਮੰਜ਼ਰ, ਤੁਹਾਡੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ ਨੇ, ਈਨ ਮੰਨ ਲਓ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜੇ ਮੇਰਿਆਂ ਨੂੰ ਨਹੀਂ ਬਦਲ ਸਕੇ ਤੇ ਮੈਨੂੰ ਕਿੱਥੋਂ ਬਦਲ ਸਕਦੇ ਹੋ? ਉਹ ਮੇਰੇ ਸੀ, ਤੁਸੀਂ ਉਹਨਾਂ ਨੂੰ ਨਾ ਬਦਲ ਸਕੇ ਤੇ ਤੁਸੀਂ ਮੈਨੂੰ ਕਿੱਥੋਂ ਬਦਲ ਲਓਗੇ? ਜੇ ਤੁਸੀਂ ਗੁਰੂ ਕਿਆਂ ਨੂੰ ਨਹੀਂ ਬਦਲਿਆ ਤੇ ਗੁਰੂ ਕੇ ਕਿੱਥੋਂ ਬਦਲੇ ਜਾਣੇ ਨੇ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮੰਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕ ਗੱਲ ਹੋਰ, ਹੁਣ ਦਾਦਾ ਈਨ ਨਹੀਂ ਮੰਨਿਆ, ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਸਾਹਿਬਜ਼ਾਦਿਆਂ ਦੇ ਦਾਦੇ ਈਨ ਨਹੀਂ ਮੰਨੇ ਤੇ ਸਾਹਿਬਜ਼ਾਦੇ ਈਨ ਮੰਨਣ ਲੱਗੇ ਨੇ। ਔਰ ਬਦਲ ਜਾਣਾ ਬੰਦੇ ਦੀ ਮੌਤ ਹੈ, ਜੀਵਨ 'ਚ ਖਲੋਤੇ ਰਹਿਣਾ ਬੰਦੇ ਦਾ ਜੀਵਨ ਹੈ। ਜਿਹੜੇ ਲੋਕ ਬਦਲ ਜਾਂਦੇ ਨੇ, ਧਰਮ ਬਦਲ ਜਾਂਦੇ ਨੇ, ਸਿਆਸਤ ਸਭ ਕੁਝ ਬਦਲਾ ਦਿੰਦੀ ਹੈ, ਬੰਦੇ ਦੀ ਮੌਤ ਹੋ ਜਾਂਦੀ ਹੈ। ਪਰ ਜਿਹੜਾ ਬੰਦਾ ਆਪਣੇ ਵਿਸ਼ਵਾਸ ਤੇ ਆਪਣੇ ਅਕੀਦੇ ਤੇ ਦ੍ਰਿੜ ਰਵੇ ਉਹ ਸਦਾ ਜਿੰਦਾ ਰਹਿੰਦਾ ਹੈ। ਮਾਤਾ ਜੀ ਨੇ ਰਾਤ ਬੱਚਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਅੱਧੀ ਰਾਤ ਹੋਈ, ਮੋਤੀ ਰਾਮ ਮਹਿਰਾ ਦਰਵਾਜ਼ਾ ਖੜਕਾਇਆ, ਆਵਾਜ਼ ਦਿੱਤੀ, ਦੁੱਧ ਲੈ ਕੇ ਆਇਆ। ਕਹਿਣ ਲੱਗਾ ਮਾਤਾ ਜੀ ਹੁਣ ਇੱਕ ਵੇਖਿਓ, ਹਰ ਧਰਤੀ ਤੇ ਚੰਗੇ ਲੋਕ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ। ਜਿਹੜੀ ਧਰਤੀ ਨੇ ਗੁਰੂ ਪੈਦਾ ਕੀਤੇ, ਯੋਧੇ ਪੈਦਾ ਕੀਤੇ, ਕੌਮ ਦੇ ਆਗੂ ਪੈਦਾ ਕੀਤੇ, ਸੂਰਮੇ ਪੈਦਾ ਕੀਤੇ, ਉਸ ਧਰਤੀ ਨੇ ਕੌਮ ਦੇ ਗਦਾਰ ਵੀ ਪੈਦਾ ਕੀਤੇ ਹੁੰਦੇ ਆ। ਗਦਾਰ ਵੀ ਉੱਥੋਂ ਹੀ ਜਨਮ ਲਏ ਹੁੰਦੇ ਆ। ਮੋਤੀ ਰਾਮ ਮਹਿਰਾ ਆਇਆ, ਕਹਿਣ ਲੱਗਾ ਮਾਂ ਕਦੇ ਸੋਚਦਾ ਸਾਂ ਵੀ ਕਿਤੇ ਅਨੰਦਪੁਰੀ ਗੁਰੂ ਦੇ ਦਰਸ਼ਨ ਕਰਕੇ ਆਵਾਂਗਾ, ਪਰ ਅੱਜ ਦੇ ਦਿਨ ਦਾ ਮੈਨੂੰ ਨਹੀਂ ਸੀ ਪਤਾ। ਮੇਰੇ ਮਨ 'ਚ ਬੜੇ ਚਿਰਾਂ ਦੀ ਤਾਂਘ ਸੀ ਕਿ ਮੈਂ ਅਨੰਦਪੁਰ ਧਰਤੀ ਦੇ ਦਰਸ਼ਨ ਕਰੂੰਗਾ, ਤੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾਂਗਾ, ਪਰ ਨਸੀਬ ਨਹੀਂ ਹੋਏ। ਖੈਰ ਇਹ ਹੀ ਵਕਤ ਆਉਣਾ ਸੀ ਕਿ ਤੂੰ ਇੱਥੇ ਕੈਦ ਹੋਣਾ ਸੀ ਤੇ ਮੈਂ ਦੁੱਧ ਦੀ ਸੇਵਾ ਲੈ ਕੇ ਆਉਣੀ ਸੀ। ਮਾਂ ਨੇ ਕਿਹਾ ਮੋਤੀ ਰਾਮ ਤੂੰ ਓਨੀ ਦੁੱਧ ਦੀ ਸੇਵਾ ਨਹੀਂ ਕਰਨੀ ਜਿੰਨਾ ਤੇਰਾ ਜ਼ਾਲਮਾਂ ਨੇ ਖੂਨ ਨਿਚੋੜ ਲੈਣਾ ਹੀ। ਤੇਰੇ ਦੁੱਧ ਨਾਲੋਂ ਜ਼ਿਆਦਾ ਤੇਰੇ ਪਰਿਵਾਰ ਦਾ ਖੂਨ ਨੁਚੜਨਾ। ਮਾਤਾ ਜੀ ਦੀ ਸੇਵਾ ਕੀਤੀ। ਪਹਿਲੀ ਕਚਹਿਰੀ ਦੇ ਵਿੱਚ ਮਾਂ ਨੇ ਸਵੇਰੇ ਬੱਚਿਆਂ ਨੂੰ ਤੋਰਿਆ। ਇਹ ਸਿਪਾਹੀ ਆਏ ਨੇ, ਮਾਂ ਨੇ ਠਾਲਿਆ, ਪੁੱਤਰੋ ਤਿਆਰ ਹੋਵੋ, ਅੱਜ ਤੁਹਾਡਾ ਇਮਤਿਹਾਨ ਹੈ। ਬੱਚਾ 1 ਸਾਲ ਸਕੂਲ ਜਾਂਦਾ, ਉਹਦੇ ਪੇਪਰ ਆਉਂਦੇ ਨੇ, ਉਹ ਪਾਸ ਹੁੰਦਾ ਹੈ। ਮਾਂ ਅੱਜ ਸਾਡਾ ਕਾਹਦਾ ਇਮਤਿਹਾਨ ਹੈ? ਕਹਿਣ ਲੱਗੀ ਅੱਜ ਤੁਹਾਨੂੰ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਸਵਾਲ ਜਵਾਬ ਪੁੱਛਣੇ ਨੇ ਉਹਨਾਂ ਨੇ। ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਘੱਲਦੀ ਹੈ, ਦਾਦੀ ਮਾਂ ਆਪਣੇ ਬੱਚਿਆਂ ਨੂੰ ਪਲੋਸ ਕੇ ਪਾਲ ਕੇ ਬੜੇ ਤਰ੍ਹਾਂ ਸ਼ਿੰਗਾਰ ਕਰਕੇ ਜਿਸ ਵੇਲੇ ਤੋਰਦੀ ਹੈ, ਉਸ ਵੇਲੇ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਇਹ ਸਿੱਖਿਆ ਦਿੰਦੀ ਹੈ, ਪੁੱਤਰੋ ਕਿਤੇ ਡੋਲ ਨਾ ਜਾਇਓ। ਇੱਕ ਗੱਲ ਹੋਰ ਯਾਦ ਰੱਖਿਓ, ਬਾਬਾ ਫਤਿਹ ਸਿੰਘ 2 ਸਾਲ ਦੇ ਸਨ ਜਦੋਂ ਮਾਤਾ ਜੀਤੋ ਜੀ ਚੜ੍ਹਾਈ ਕਰ ਗਏ। ਬੰਦੇ ਨੇ ਆਪਣਾ ਪੁੱਤ ਕਦੇ ਕੁਛੜ ਚੁੱਕ ਕੇ ਨਾ ਖਿਡਾਇਆ ਹੋਵੇ। ਕਿਸੇ ਵੀ ਆਦਮੀ ਨੇ ਆਪਣੇ ਬੱਚਿਆਂ ਨੂੰ ਭਾਵੇਂ ਕੁਛੜ ਚੁੱਕ ਕੇ ਨਾ ਖਿਡਾਇਆ ਹੋਵੇ, ਲੇਕਿਨ ਆਪਣੇ ਪੋਤਰਿਆਂ ਨੂੰ ਜ਼ਰੂਰ ਖਿਡਾਉਂਦਾ। ਸਾਡੀ ਕਹਾਵਤ ਹੈ ਕਿ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੈ। ਤੇ ਜਿਸ ਬਾਬਾ ਫਤਿਹ ਸਿੰਘ ਨੂੰ ਇਹ ਨਹੀਂ ਪਤਾ ਕਿ ਮੇਰੇ ਮਾਤਾ ਜੀ ਕਦੋਂ ਦੇ ਚੱਲ ਵਸੇ ਨੇ, ਪਾਲਣ ਵਾਲੀ ਦੇ ਮਾਤਾ ਗੁਜਰੀ ਸੀ, ਹੁਣ ਦੁਨੀਆ 'ਚ ਵਿਚਰਦਿਆਂ ਅਚਨਚੇਤ ਕਿਤੇ ਜਵਾਨੀ ਭਰ ਦੇ ਵਿੱਚ ਮਾਂ ਚੜ੍ਹਾਈ ਕਰ ਜਾਵੇ। ਜਿਸ ਬੱਚੇ ਨੂੰ ਦਾਦੀ ਪਾਲੇ ਉਹਦਾ ਦਾਦੀ ਨਾਲ ਕਿੰਨਾ ਕੁ ਮੋਹ ਹੁੰਦਾ ਹੈ ਤੁਸੀਂ ਵੀ ਜਾਣਦੇ ਹੋ, ਕਿਉਂਕਿ ਉਹਦਾ ਪਾਲਣ ਪੋਸ਼ਣ ਸਵਾਰਨ ਸਕੂਲ ਘੱਲਣਾ ਦਾਦੀ ਆਪਣਾ ਫਰਜ਼ ਸਮਝਦੀ ਹੈ ਕਿ ਇਹਦੀ ਮਾਂ ਨਹੀਂ, ਇਹਦਾ ਮੈਂ ਸਵਾਰਨਾ ਸਭ ਕੁਝ। ਬਾਬਾ ਫਤਿਹ ਸਿੰਘ ਜੀ ਦਾ ਤੇ ਜੀਵਨ ਦੀ ਦਾਦੀ ਮਾਤਾ ਗੁਜਰ ਕੌਰ ਨਾਲ ਸੀ। ਉਹ ਮਾਂ ਗੁਜਰ ਕੌਰ ਨੂੰ ਮਾਂ ਮੰਨਦਾ ਸੀ। ਦੋਵੇਂ ਸਾਹਿਬਜ਼ਾਦੇ ਕਹਿੰਦੇ ਦਾਦੀ ਮਾਂ ਤੁਸੀਂ ਸਾਨੂੰ ਅੱਜ ਘੱਲਣ ਲੱਗੇ ਹੋ, ਤੁਸੀਂ ਜਿਹੜੀਆਂ ਸਾਖੀਆਂ ਸੁਣਾਈਆਂ ਨੇ ਅਸੀਂ ਸੂਬੇ ਸਰਹੰਦ ਦੀ ਕਚਹਿਰੀ 'ਚ ਕਿਤੇ ਵੀ ਡੋਲ ਨਹੀਂ ਜਾਵਾਂਗੇ। ਜੋ ਕੁਝ ਮਾਂ ਕੋਲੋਂ ਆਗਿਆ ਲੈ ਕੇ ਇਹ ਜਾਂਦੇ ਨੇ ਸੂਬੇ ਸਰਹੰਦ ਦੇ ਉਧਰੋਂ ਕਚਹਿਰੀ ਦੇ ਅੱਗੇ ਖਲੋਤੇ ਜਿਹੜੇ ਸਿਪਾਹ ਸਲਾਰ ਸਨ, ਸਿਪਾਹੀ ਸਨ, ਉਹ ਕੀ ਵਾਰਤਾਲਾਪ ਕਰਦੇ ਨੇ ਇਸ ਵੇਲੇ ਦੀ ਵਾਰ ਦੇ ਵਿੱਚ ਇਹ ਸਰਵਣ ਕਰੋ ਜੀ। ਸੁਬਹ ਵੇਲੇ ਮਾਤਾ ਜੀ ਜਗਾਵੇ ਪੋਤਿਆਂ ਨੂੰ, ਸਿੱਖੀ ਦੀ ਮੁਹਾਰਨੀ ਸਿਖਾਵੇ ਪੋਤਿਆਂ ਨੂੰ। ਓ ਸੁਧ
ਹੋਣੀ कहता जिंदगी दी भेटा तारियो ਓ ਧਰਮ ਨਹੀਂ ਬਣਾਉਣੀ ਜਾਨ ਡਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ ਜਿਹੜੇ ਪਿੱਛੇ ਸੱਚ ਦੇ ਕਸ਼ਟ ਸਹਿਣਗੇ ਜਿਹੜੇ ਪਿੱਛੇ ਸੱਚ ਦੇ ਕਸ਼ਟ ਸਹਿਣਗੇ ਦੁਨੀਆ ਤੇ ਉਹਨਾਂ ਦੇ ਨਿਸ਼ਾਨ ਰਹਿਣਗੇ ਓ ਘੱਲ ਨਾ ਜਾਓਗੇ ਜਿਹੜੀ ਕਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ ਤੁਸੀਂ ਲਾਲ ਜੇ ਗੁਰੂ ਗੋਬਿੰਦ ਦੇ ਜਿਹਦੇ ਪਿਤਾ ਰੱਖੇ ਦੁੱਖ ਯਾਰ ਹਿੰਦ ਦੇ ਓ ਘੂਰੇ ਤਾਨੂੰ ਕਿਦੀ ਹੈ ਮਜਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ ਕਦੋਂ ਛੋਟੇ ਅਕਲੋਂ ਜਵਾਨ ਬੇਟਿਓ ਡੋਲ ਜਾਏ ਜਿਵੇਂ ਅਸਮਾਨ ਬੇਟਿਓ ਓ ਮਾਤਾ ਜੀ ਨੀ ਹੋਣਾ ਮਾਤਾ ਜੀ ਨੀ ਹੋਣਾ ਤੁਹਾਡੇ ਨਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ ਹੱਸ ਮੌਤ ਕਰੋ ਜ਼ਿੰਦਗੀ ਦੀ ਬੂਟੀ ਨੂੰ ਯਾਦ ਰੱਖੋ ਪੀਂਗ ਵੱਟਿਆਂ ਦੀ ਝੂਟੀ ਨੂੰ ਓ ਸਾਰਿਆਂ ਨੂੰ ਮਾਰ ਬਹੇਗਾ ਕਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ ਚਲੋ ਬੇਟਾ ਜਾਣਾ ਜੇ ਕਚਹਿਰੀ ਸੂਬੇ ਦੀ ਡਰਿਓ ਨਾ ਵੇਖ ਅੱਖ ਗਹਿਰੀ ਸੂਬੇ ਦੀ ਓ ਕਾਮ ਕਰੋ ਜਗ ਦੇ ਕਾਇਮ ਕਰੋ ਜਗ ਦੇ ਮਿਸਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ ਮਾਤਾ ਜੀ ਨੇ ਤਿਆਰ ਕਰਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਨੂੰ ਸਮਝਾ ਕੇ ਸਾਰੀ ਵਾਰਤਾਲਾਪ ਸਾਖੀਆਂ ਸੁਣਾ ਕੇ ਮਾਤਾ ਜੀ ਨੇ ਸਿਪਾਹੀਆਂ ਦੇ ਨਾਲ ਤੋਰ ਦਿੱਤਾ। ਜਿਸ ਵੇਲੇ ਸਿਪਾਹ ਸਲਾਰ ਨਾਲ ਲੈ ਕੇ ਜਾ ਰਹੇ ਸਨ, ਤੁਸੀਂ ਇਤਿਹਾਸ ਸਰਵਣ ਕੀਤਾ, ਇਹਨਾਂ ਨੇ ਵੱਡਾ ਗੇਟ ਬੰਦ ਕਰ ਦਿੱਤਾ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਸਲਾਹਾਂ ਕਰਦੇ, ਕਹਿੰਦੇ ਆ ਜਿਹੜਾ ਇਹਨਾਂ ਨੇ ਗੇਟ ਬੰਦ ਕਰ ਦਿੱਤਾ ਨਾ, ਪਹਿਲਾਂ ਠੁੱਡ ਅੱਗੇ ਕਰਨਾ, ਫਿਰ ਸਿਰ ਬਾਹਰ ਕਰਨਾ, ਸੱਜਾ ਪੈਰ ਦਾ ਜੁੱਤੀ ਦਾ ਚੁੱਕ ਕੇ ਪੰਜਾ ਅੱਗੇ ਰੱਖਿਆ, ਫਿਰ ਰੱਖਿਆ ਦੂਜਾ। ਇਹ ਸੁੱਚਾਨੰਦ ਤੇ ਉਦੋਂ ਹੀ ਵੇਖ ਗਿਆ। ਸੁੱਚਾਨੰਦ ਕਹਿੰਦਾ ਗੱਲ ਸੁਣੋ, ਕਦੇ ਵੀ ਕਿਸੇ ਕਚਹਿਰੀ ਚ ਆਉਣਾ ਹੋਵੇ, ਉਥੋਂ ਦੇ ਕਾਨੂੰਨ ਹੁੰਦੇ ਨੇ, ਉਥੋਂ ਦੇ ਨਿਯਮ ਹੁੰਦੇ ਨੇ, ਉਥੋਂ ਦਾ ਡਿਸਪਲਿਨ ਹੁੰਦਾ ਕਿ ਕਚਹਿਰੀ 'ਚ ਕਿੱਦਾਂ ਜਾਣਾ। ਤੁਹਾਨੂੰ ਨਹੀਂ ਪਤਾ, ਇੱਥੇ ਝੁਕ ਕੇ ਸਲਾਮ ਕਰੀਦੀ 3 ਵਾਰ, ਐ ਕਰੀਦਾ ਮੱਥੇ ਨੂੰ ਹੱਥ ਲਾ ਕੇ। ਉਹਨੇ ਆਖਿਆ ਜਦੋਂ ਅਸੀਂ ਝੁਕ ਗਏ ਨਾ, ਇਹਨਾਂ ਇੱਕਦਮ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਦੇ ਬਾਲ ਝੁਕ ਗਏ, ਪਰ ਅਸੀਂ ਇਸ ਤਰ੍ਹਾਂ ਨਹੀਂ ਲੰਘਣਾ, ਅਸੀਂ ਇਸ ਤਰ੍ਹਾਂ ਲੰਘਣਾ। ਕਚਹਿਰੀ ਲੱਗੀ, ਇਹਨੇ ਆਖਿਆ ਦੁਆ ਸਲਾਮ ਕਰੋਗੇ? ਇਹਨਾਂ ਆਖਿਆ ਸਾਡੇ ਖੂਨ 'ਚ ਹੀ ਨਹੀਂ। ਸੂਬੇ ਸਰਹੱਦ ਦੀ ਕਚਹਿਰੀ ਲੱਗੀ, ਦੋਵੇਂ ਸਾਹਿਬਜ਼ਾਦੇ ਸਾਹਮਣੇ ਹੋ ਕੇ ਗੱਜ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਬੇ ਸਰਹੱਦ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਅੱਗ ਲੱਗ ਗਈ, ਅੱਗ ਬਗੂਲਾ ਹੋ ਗਿਆ, ਧਰਤੀ ਵੇੜ ਨਾ ਦਵੇ। ਉਹਨੇ ਆਖਿਆ ਸੁੱਚਾਨੰਦ ਇਹ ਕੀ ਕਰਾਉਣ ਡਿਆ? ਸੁੱਚਾਨੰਦ ਨੇ ਆਖਿਆ ਓਏ ਤੁਸੀਂ ਫਤਿਹ ਬੁਲਾਉਂਦੇ ਹੋ, ਅਨੰਦਪੁਰ ਦੀ ਧਰਤੀ ਆ, ਇਹ ਤੁਹਾਡੇ ਪਿਤਾ ਦਾ ਦਰਬਾਰ ਆ, ਤੁਹਾਨੂੰ ਨਹੀਂ ਪਤਾ ਤੁਸੀਂ ਕਿੱਥੇ ਖਲੋਤੇ ਹੋ? ਤੁਸੀਂ ਸੂਬਾ ਸਰਹੱਦ ਦੀ ਕਚਹਿਰੀ 'ਚ ਖਲੋਤੇ ਹੋ। ਇੱਥੇ ਫਤਿਹ ਨਹੀਂ ਬੁਲਾਉਣੀ, ਇੱਥੇ ਝੁਕ ਕੇ ਸਲਾਮ ਕਰੋ। ਉਹਨਾਂ ਕਿਹਾ ਸਾਡੇ ਖੂਨ 'ਚ ਸਲਾਮ ਨਹੀਂ, ਤੂੰ ਜੋ ਕਰਨਾ ਕਰ। ਇਹ ਦੂਜੀ ਕਚਹਿਰੀ 'ਚ ਪਹਿਲੀ ਪੇਸ਼ੀ 'ਚ ਵਾਰਤਾਲਾਪ ਹੋਣ ਰਹੀ ਹੈ ਜੀ। ਪਹਿਲੇ ਦਿਨ 11 ਪੋਹ ਦੀ
11 ਪੋਹ ਨੂੰ ਵਾਰਤਾਲਾਪ ਹੋਈ, ਸਾਹਿਬਜ਼ਾਦਿਆਂ ਫਤਿਹ ਬੁਲਾਈ, ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ। ਤੋ ਉਹਨਾਂ ਨੂੰ ਇਹ ਗੱਲ ਕਹੀ ਗਈ, ਤੁਹਾਡੇ ਪਿਤਾ ਕਿੱਥੇ ਆ ਤੁਹਾਨੂੰ ਪਤਾ, ਤੁਹਾਡੇ ਦੂਜੇ ਭਰਾ ਦਾ ਕਿੱਥੇ ਆ ਤੁਹਾਨੂੰ ਪਤਾ, ਮਾਰ ਦਿੱਤੇ। ਉਹਨਾਂ ਕਿਹਾ ਤੂੰ ਇਹ ਗੱਲਾਂ ਸਾਨੂੰ ਨਾ ਸਮਝਾ, ਸਾਨੂੰ ਦੱਸਣ ਡਿਆ, ਸਾਨੂੰ ਪਤਾ ਕਿੱਥੇ ਆ। ਅਰਸ਼ਾਂ 'ਚੋਂ ਵਹਿੰਦਾ, ਅਰਸ਼ਾਂ 'ਚੋਂ ਬੈਠਾ ਸਾਡਾ ਦਾਦਾ ਸਾਨੂੰ ਅੱਜ ਵੀ ਦੇਖ ਰਿਹਾ। ਸਾਡੀ ਦਾਦੀ ਨੇ ਤੁਰਨ ਲੱਗਿਆ ਆਖਿਆ ਸੀ, ਪੁੱਤਰੋ ਅੱਜ ਤੁਹਾਡਾ ਦਾਦਾ ਅਰਸ਼ਾਂ 'ਚੋਂ ਬੈਠਾ ਵੇਖ ਰਿਹਾ ਕਿ ਜਿਸ ਧਰਮ ਦੀ ਲਾਜ ਮੈਂ ਰੱਖੀ ਹੈ ਉਸ ਧਰਮ ਦੀ ਲਾਜ ਅੱਜ ਪੁੱਤਰ ਵੀ ਰੱਖਣ। ਜਿਸ ਧਰਮ ਨੂੰ ਮੈਂ ਬਚਾਇਆ ਕਿ ਅੱਜ ਮੇਰੇ ਪੋਤਰੇ ਵੀ ਬਚਾਉਣਗੇ। ਤੁਹਾਡਾ ਦਾਦਾ ਅੱਜ ਅਰਸ਼ਾਂ ਤੋਂ ਬੈਠਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੁਹਾਡੇ ਵੱਲ ਵੇਖਦੇ ਆ ਜੀ। ਤੁਸੀਂ ਸੂਬੇ ਸਰਹੱਦ ਦੀ ਕਚਹਿਰੀ 'ਚ ਕੜਕ ਕੇ ਬੋਲਿਓ। ਇਹਨਾਂ ਜਵਾਬ ਦਿੱਤੇ, ਇਹਨਾਂ ਕਿਹਾ ਕਿਸੇ ਕਿਸਮ ਦੀ ਈਨ ਨਹੀਂ ਮੰਨਣੀ। ਤੂੰ ਕਹਿੰਦਾ ਡੋਲੇ ਲੈ ਲਿਓ, ਧੀਆਂ ਦੇ ਡੋਲੇ ਦੇ ਦੇਂਗਾ, ਉਹ ਤੂੰ ਸਾਨੂੰ ਭਿਖਾਰੀ ਬਣਾ ਦੇਂਗਾ, ਆਪ ਦਾਨੀ ਬਣ ਜਾਵੇਂਗਾ। ਤੈਨੂੰ ਨਹੀਂ ਪਤਾ ਜਿਹੜਾ ਧੀ ਦਵੇ ਉਹ ਦਾਨੀ ਹੁੰਦਾ। ਭਾਵੇਂ ਅੱਜ ਦੇ ਸਮਾਜ 'ਚ ਇਹ ਰੀਤ ਨਹੀਂ ਵੀ ਸਾਡੇ ਸਮਾਜ 'ਚ ਇੱਕੋ ਗੱਲ ਆ ਵੀ ਧੀ ਵਾਲੇ ਦਾ ਸਿਰ ਨੀਵਾਂ ਤੇ ਜਿਹੜਾ ਦਾਜ ਮੰਗੇ, ਜਿਹੜਾ ਦਹੇਜ ਮੰਗੇ, ਜਿਹੜਾ ਬਰਾਤਾਂ ਵਾਸਤੇ ਵਧੀਆ ਖਾਣਾ ਪੀਣਾ ਮੰਗੇ ਉਹਦਾ ਸਿਰ ਫੇਰ ਉੱਚਾ, ਉਹ ਫਿਰ ਧੌਣ ਕੜਾ ਕੜਾ ਕੇ ਤੁਰਦਾ। ਸਾਹਿਬਜ਼ਾਦਿਆਂ ਨੇ ਆਖਿਆ ਧੀ ਦੇਣ ਵਾਲਾ ਦਾਨੀ ਹੁੰਦਾ। ਅਸੀਂ ਤੇਰੇ ਸਾਹਮਣੇ ਭਿਖਾਰੀ ਬਣ ਜਾਈਏ ਤੇਰੇ ਧੀਆਂ ਦੇ ਡੋਲੇ ਲੈ ਕੇ, ਇਹ ਕਦੇ ਵੀ ਨਹੀਂ ਹੋ ਸਕਦਾ, ਇਹ ਸਾਡੇ ਖੂਨ 'ਚ ਨਹੀਂ ਲਿਖਿਆ। ਇਹਨਾਂ ਕੜਕ ਕੇ ਜਵਾਬ ਦਿੱਤਾ। ਸੁੱਚੇ ਨੰਦ ਦੇ ਨਾਲ ਸਾਰੀ ਵਾਰਤਾਲਾਪ ਚੱਲੀ। ਅਗਲੀ ਪੇਸ਼ੀ ਹੋਈ। ਸਾਰੀ ਵਾਰਤਾਲਾਪ ਸਾਹਿਬਜ਼ਾਦਿਆਂ ਨੇ ਆਣ ਕੇ ਮਾਤਾ ਜੀ ਨੂੰ ਦੱਸੀ। ਮੋਤੀ ਰਾਮ ਮਹਿਰਾ, ਮੋਤੀ ਰਾਮ ਨੂੰ ਮਾਤਾ ਗੁਜਰ ਕੌਰ ਪੁੱਛਦੀ ਪਹਿਲੇ ਦਿਨ ਦੀ ਕਚਹਿਰੀ, ਕਹਿੰਦੀ ਮੈਂ ਮੋਤੀ ਰਾਮ ਮਹਿਰਾ ਦੱਸ ਵੇ ਮੇਰੇ ਲਾਲ ਦੇ ਲਾਲ ਘਬਰਾਏ ਤੇ ਨਹੀਂ, ਵੇ ਕਿਸੇ ਮਹਿਲ ਬਾੜੀਆਂ ਦੇ ਮਗਰ ਲੱਗ ਕੇ ਨਾ ਚਿੱਤ ਡਲਾਏ ਤੇ ਨਹੀਂ, ਕਿਤੇ ਮੇਰੇ ਲਾਲ ਦਿਆਂ ਨੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਲਾਏ ਤੇ ਨਹੀਂ। ਮੋਤੀ ਰਾਮ ਮਹਿਰਾ ਕਹਿੰਦਾ ਮਾਂ ਇਹ ਤੇਰੇ ਪੁੱਤ ਨੇ, ਇਹਨਾਂ ਦੇ ਖੂਨ 'ਚ ਇਹੋ ਜਿਹੀ ਕੋਈ ਗੱਲ ਨਹੀਂ। ਅਗਲੇ ਦਿਨ ਦੀ ਪੇਸ਼ੀ ਹੋਈ। ਅਗਲੇ ਦਿਨ ਇੱਥੇ ਬੈਠਾ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ, ਅਗਲੇ ਦਿਨ ਬੈਠਾ ਕਾਜੀ, ਅਗਲੇ ਦਿਨ ਬੈਠਾ ਸੁੱਚਾ ਨੰਦ ਤੇ ਵਜੀਦੇ ਦੀ ਲੱਗੀ ਹੈ ਸਰਹੰਦ ਸੂਬੇਦਾਰ ਦੀ ਲੱਗੀ ਕਚਹਿਰੀ। ਉਹਨੇ ਆਖਿਆ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ? ਇਹਨਾਂ ਕਿਹਾ ਬਾਹਰ ਜਾ ਕੇ ਫੌਜਾਂ ਬਣਾਵਾਂਗੇ, ਜੰਗ ਜਿੱਤਾਂਗੇ। ਬਾਹਰ 3 ਦੁਕਾਨਾਂ ਲਾਈਆਂ ਗਈਆਂ, ਇੱਕ ਤੇ ਖਿਡੌਣੇ ਖਾਣ ਪੀਣ ਦੇ ਤੇ ਸ਼ਾਸਤਰਾਂ ਦੇ। ਕਹਿੰਦਾ ਛੱਡੋ ਭਲਾ ਕਿਹੜੀ ਦੁਕਾਨ ਤੇ ਜਾਂਦੇ ਆ, ਇਹਨਾਂ ਨੂੰ ਛੱਡਿਆ ਸ਼ਾਸਤਰਾਂ ਵਾਲੀ ਦੁਕਾਨ ਤੇ ਗਏ। ਇਹਨਾਂ ਦੀ ਸੋਚ ਨੂੰ ਸਲਾਮ ਹੈ। ਅੱਜ ਬੱਚੇ ਕਿਡਨੈਪ ਹੋਣ ਰਹੇ ਨੇ, ਕਿਸੇ ਨੂੰ ਮੋਬਾਈਲ ਫੜਾ ਦਿਓ, ਮੋਬਾਈਲ ਦਾ ਲਾਲਚ ਦੇ ਦਿਓ, ਬੱਚੇ ਨੂੰ ਜਿੱਥੇ ਮਰਜ਼ੀ ਲੈ ਜਾਓ ਬਾਹਰ, ਸਿਰਫ ਬੱਚੇ ਨੇ ਮੋਬਾਈਲ ਖੇਡਣਾ। ਮੈਂ ਇਤਿਹਾਸਕ ਸਥਾਨਾਂ ਦੀ ਗੱਲ ਦੱਸਦਾ। ਕੋਈ ਵਕਤ ਹੋਵੇਗਾ ਮੇਰੇ ਤੋਂ ਸਿਆਣੇ ਬਜ਼ੁਰਗ ਬੈਠੇ ਨੇ, ਕਿਸੇ ਸਮੇਂ ਤੁਸੀਂ ਗੁਰਦੁਆਰਿਆਂ 'ਚ ਜਾਂਦੇ ਸੋ, ਸਾਹਮਣੇ ਸ਼ਾਸਤਰਾਂ ਦੀਆਂ ਦੁਕਾਨਾਂ ਸਨ, ਸਾਹਮਣੇ ਕਿਤਾਬਾਂ ਦੀਆਂ ਦੁਕਾਨਾਂ ਸਨ, ਸਾਹਮਣੇ ਇਤਿਹਾਸਕ ਸ਼ਾਸਤਰ ਇਤਿਹਾਸਕ ਬੁੱਕਾਂ ਦੀਆਂ ਦੁਕਾਨਾਂ ਸਨ। ਅੱਜ ਕਿਤੇ ਹੈ? ਅੱਜ ਬੱਚੇ ਨੂੰ ਲੈ ਜਾਓ ਗੁਰਦੁਆਰੇ, ਬੱਚਾ ਪਹਿਲਾਂ ਖਿਡੌਣੇ ਵਾਲੀ ਦੁਕਾਨ ਤੇ ਜਾਂਦਾ, ਫਿਰ ਪਹਿਲੀ ਗੱਲ ਤੇ ਉਹਦੇ ਹੱਥ 'ਚ ਮੋਬਾਈਲ ਹੁੰਦਾ, ਉਹ ਮੋਬਾਈਲ ਤੇ ਲੱਗਾ ਰਹਿੰਦਾ, ਭਾਵੇਂ ਦਰਬਾਰ ਹਾਲ 'ਚ ਬੈਠਾ ਹੋਵੇ। ਉਹਨੂੰ ਕੋਈ ਪਤਾ ਨਹੀਂ ਕਿਹੜਾ ਰਾਗੀ ਕੀ ਕਿਹਾ ਗਿਆ, ਕਿਹੜਾ ਕੀਰਤਨ, ਕਿਹੜਾ ਸ਼ਬਦ ਪੜਿਆ ਗਿਆ, ਕਿਹੜਾ ਕੋਈ ਕਥਾਵਾਚਕ ਕਥਾ ਕਰ ਗਿਆ, ਕੋਈ ਪਤਾ ਨਹੀਂ। ਬੱਚੇ ਮੋਬਾਈਲਾਂ 'ਚ, ਮੋਬਾਈਲ ਦਾ ਲਾਲਚ ਦੇ ਦਿਓ, ਬੱਚਾ ਮਾਂ-ਬਾਪ ਵੱਲ ਵੀ ਨਹੀਂ ਵੇਖਦਾ, ਬਾਹਰ ਚਲੇ ਜਾਂਦਾ। ਅੱਜ ਬਹੁਤੇ ਕਿਡਨੈਪ ਬੱਚੇ ਮੋਬਾਈਲਾਂ ਤੋਂ ਹੋਣ ਰਹੇ ਨੇ। ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਕੁ ਹੈ? ਇਤਿਹਾਸ ਹਰ ਸਾਲ ਅਸੀਂ ਸੁਣਦੇ ਹਾਂ, ਇਹਨਾਂ ਦਿਨਾਂ 'ਚ ਹੀ ਸੁਣਦੇ ਹਾਂ। ਮੈਂ ਸਵੇਰੇ ਵੀ ਮੇਰੀ ਇੱਕ ਹਾਜ਼ਰੀ ਸੀ ਨਾਨਕ ਪਿਓ ਸਾਹਿਬ, ਰਾਤੀ ਵੀ ਸਾਡੀ ਅੰਧਾ ਮੁਗਲ ਪ੍ਰਤਾਪ ਨਗਰ ਗੁਰਦੁਆਰਾ ਸਿੰਘ ਸਾਹਿਬ ਹੈ, ਸਿੰਘ ਸਭਾ, ਮੈਂ ਉੱਥੇ ਵੀ ਬੋਲਿਆ ਸਾਂ। ਮੈਂ ਕਿਹਾ ਇਹ ਦਿਨ ਅੱਜ 27 ਪੋਏ ਅੱਜ ਹੀ ਭੁੱਲ ਜਾਣਾ, ਅਸੀਂ ਕੱਲ ਨੂੰ ਨਵਾਂ ਸਾਲ ਚੜ੍ਹਦਾ, ਹੈਪੀ ਨਿਊ ਈਅਰ ਸਾਰਿਆਂ ਰੁੱਝ ਜਾਣਾ, ਸਾਨੂੰ ਭੁੱਲ ਜਾਣੇ ਸ਼ਹੀਦੀ ਦਿਹਾੜੇ। ਇਹ ਤਾਂ ਸਿਰਫ ਅੱਜ ਦਾ ਦਿਨ ਹੀ ਆ ਕਿ ਅੱਜ ਅਸੀਂ ਸਾਰਿਆਂ ਮਨਾਲੇ ਨਹੀਂ, ਇਹ ਦਿਨ ਭੁੱਲਣ ਵਾਲੇ ਨਹੀਂ। ਪੁੱਤਰਾਂ ਨੂੰ ਬੱਚਿਆਂ ਨੂੰ ਆਪਣੀ ਗੋਦ 'ਚ ਬਿਠਾ ਕੇ ਉਹ ਦਾਦੀ ਮਾਂ ਗੁਜਰੀ ਦੀਆਂ ਸਿੱਖਿਆਵਾਂ ਦੱਸਿਆ ਕਰੋ। ਮਾਂ ਗੁਜਰੀ ਇਹ ਨਾ ਕਿਉਂ ਵੀ ਅੱਜ ਸਾਡੇ ਕੋਲ ਦਾਦੀ ਨਹੀਂ। ਅੱਜ ਮੈਂ ਵੀ ਕਹਿੰਦਾ ਮੇਰੀ ਦਾਦੀ ਨਹੀਂ, ਤੁਸੀਂ ਵੀ ਕਹੋ ਮੇਰੀ ਦਾਦੀ ਨਹੀਂ। ਦਾਦੀ ਸਾਡੇ ਕੋਲੋਂ ਗੁਰੂ ਦੀ ਬਾਣੀ ਆ, ਪੜੋ, ਇਹ ਦਾਦੀ ਹੈ, ਇਹ ਸਿੱਖਿਆਵਾਂ ਗੁਰੂ ਦੀਆਂ। ਉਹਨਾਂ ਕੋਲ ਬਾਣੀ ਸੀ, ਉਹਨਾਂ ਕੋਲ ਬਾਣਾ ਸੀ, ਉਹਨਾਂ ਕੋਲੋਂ ਮਾਂ ਦੀਆਂ ਸਾਖੀਆਂ ਸਨ ਤੇ ਸਰਹੱਦ ਦੀ ਕਚਹਿਰੀ 'ਚ ਵੀ ਜਾ ਕੇ ਡੋਲੇ ਨਹੀਂ। ਅੱਜ ਵੀ ਕੋਈ ਆਪਣੀ ਤਰੀਕ ਭੁਗਤਣ ਕੇ ਇਸ ਕਚਹਿਰੀ 'ਚ ਜਾਵੇ, ਬੰਦਾ ਇੱਕ ਵਾਰੀ ਕੰਬਦਾ ਵੀ ਮੈਂ ਜੱਜ ਸਾਹਮਣੇ ਖਲੋਤਾ,
ਜੇ ਕਿਸੇ ਦਾ ਕੇਸ ਬਣ ਜਾਵੇ ਕਚਹਿਰੀ ਦੇ ਵਿੱਚ ਜੱਜ ਦੇ ਸਾਹਮਣੇ ਖਲੋਤਾ ਬੰਦਾ ਕੰਬਦਾ ਵੀ ਇਹਨੇ ਪਤਾ ਨਹੀਂ ਕੀ ਸੁਣਾ ਦੇਣਾ, ਸਜ਼ਾ ਸੁਣਾ ਦੇ, ਜੇਲ੍ਹ ਸੁਣਾ ਦੇ, ਬੰਦਾ ਅੱਜ ਵੀ ਕੰਬਦਾ। ਪਰ ਸਾਹਿਬਜ਼ਾਦੇ ਕਿੱਡੀ ਦ੍ਰਿੜਤਾ ਦੇ ਨਾਲ ਉਸ ਕੀ ਸੀ ਸਾਹਿਬਜ਼ਾਦਿਆਂ ਕੋਲ, ਉਹਨਾਂ ਦੇ ਅੰਦਰ ਵਿਲ ਪਾਵਰ ਕੀ ਸੀ? ਗੁਰਬਾਣੀ, ਸਾਖੀ, ਮਾਤਾ ਦੀਆਂ ਅਸੀਸਾਂ, ਮਾਤਾ ਦੀਆਂ ਲੋਰੀਆਂ, ਮਾਤਾ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਸਾਹਿਬਜ਼ਾਦਿਆਂ ਨੂੰ ਡੋਲਣ ਨਹੀਂ ਦਿੱਤਾ। ਦਸਮ ਗੁਰੂ ਨੂੰ ਜਿਸ ਨੇ ਜਨਮ ਦਿੱਤਾ, ਉਹ ਮਹਾਨ ਮਹਾਨ ਹੈ ਮਾਂ ਗੁਜਰੀ। ਗੁਜਰੀ ਉਸ ਦੀ ਉਮਰ ਸੀ ਮੁਸ਼ਕਲਾਂ 'ਚ, ਤੇ ਕੀਤੇ ਪਾਸ ਕਠਿਨ ਇਮਤਿਹਾਨ ਗੁਜਰੀ। ਉਹ ਪਤੀ ਪੋਤੇ ਤੇ ਆਪਾ ਲਟਾਉਣ ਵਾਲੀ, ਸਿੱਖ ਪੰਥ ਦੀ ਠੰਡੜੀ ਸ਼ਾਹ ਗੁਜਰੀ। ਤਾਈਓ ਉਸ ਨੂੰ ਪੂਜੇ ਜਹਾਨ ਸਾਰਾ, ਹੈ ਕੁਰਬਾਨੀਆਂ ਦਾ ਦੂਜਾ ਨਾਮ ਗੁਜਰੀ, ਹੈ ਕੁਰਬਾਨੀਆਂ ਦਾ ਦੂਜਾ ਨਾਮ ਗੁਜਰੀ। ਸਰਹੰਦ ਦੀ ਕਚਹਿਰੀ 'ਚ, ਦੂਜੀ ਕਚਹਿਰੀ 'ਚ ਨਵਾਬ ਮਲੇਰਕੋਟਲੇ ਵਾਲਾ ਸ਼ੇਰ ਮੁਹੰਮਦ ਖਾਂ ਬੈਠਾ। ਸੂਬਾ ਸਰਹੰਦ ਨਵਾਬ ਮਲੇਰਕੋਟਲੇ ਵਾਲਾ ਇਸ਼ਾਰਾ ਕਰਕੇ ਕਹਿੰਦਾ ਤੇਰਾ ਭਰਾ ਗੁਰੂ ਗੋਬਿੰਦ ਸਿੰਘ ਨੇ ਨਾਰ ਖਾਂ ਮਾਰਿਆ, ਆਪਣੇ ਭਰਾ ਦਾ ਬਦਲਾ ਲੈਣਾ। ਨਵਾਬ ਸ਼ੇਰ ਮੁਹੰਮਦ ਖਾਨ ਕਹਿੰਦਾ ਮੈਂ ਬਦਲਾ ਨਹੀਂ ਲੈਣਾ, ਮੇਰਾ ਭਰਾ ਗੁਰੂ ਗੋਬਿੰਦ ਸਿੰਘ ਨੇ ਮਾਰਿਆ, ਮੈਂ 2 ਹੱਥ ਗੁਰੂ ਗੋਬਿੰਦ ਸਿੰਘ ਨਾਲ ਰਣ ਮੈਦਾਨ 'ਚ ਕਰਾਂਗਾ। ਮੈਂ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ, ਬੱਚਿਆਂ ਤੋਂ ਲਵਾਂਗਾ, ਸ਼ੀਰ ਚੋਕ ਬੱਚੇ ਅਜੇ ਦੰਦ ਨਹੀਂ ਉੱਗੇ, ਐਡੇ ਬਾਲ ਤੇ ਕਸ਼ ਢਾਉਣਾ ਸਾਡੀ ਸ਼ਰ੍ਹਾ ਨਹੀਂ ਮੰਨਦੀ। ਨਵਾਬ ਮਲੇਰਕੋਟਲੇ ਨੂੰ ਯਾਦ ਕਰਦੇ ਆ, ਹਾਂ ਦਾ ਨਾਰਾ ਮਾਰ ਕੇ ਬਾਈਕਾਟ ਕਰਕੇ ਨਿਕਲ ਗਿਆ ਸੀ। ਸੁੱਚਾ ਨੰਦ ਐਡਾ ਝੂਠਾ, ਸਿਰੇ ਦਾ ਝੂਠਾ, ਭੁੱਲ ਗਿਆ ਸਭ ਕੁਝ ਕਿ ਸਾਡਾ ਧਰਮ ਬਚਾਉਣ ਵਾਸਤੇ ਕਿ ਇਹਨਾਂ ਦੇ ਦਿੱਲੀ ਦਾਦੇ ਨੇ ਇਹਨਾਂ ਦੀ ਕੁਰਬਾਨੀ ਦੀ ਸ਼ਹਾਦਤ ਕਰਕੇ ਅਸੀਂ ਇੱਥੇ ਧਰਤੀ ਤੇ। ਸੁੱਚਾ ਨੰਦ ਸਭ ਕੁਝ ਭੁੱਲ ਗਿਆ। ਸੁੱਚਾ ਨੰਦ ਨੇ ਕਾਜੀ ਨੂੰ ਕਿਹਾ ਫਤਵਾ ਸੁਣਾ। ਕਾਜੀ ਕਹਿੰਦਾ ਸ਼ਰ੍ਹਾ ਦੇ ਵਿੱਚ ਲਿਖਿਆ ਹੀ ਨਹੀਂ ਕਿ ਬਾਲਾਂ ਤੇ ਕੋਈ ਕਸ਼ ਢਾਇਆ ਜਾਵੇ। ਉਹਨੇ ਆਖਿਆ ਫਿਰ ਸ਼ਰ੍ਹਾ 'ਚ ਨਹੀਂ ਨਾ ਲਿਖਿਆ ਬਾਲਾਂ ਤੇ ਕਸ਼ ਢਾਇਆ ਜਾਵੇ ਤੇ ਫਿਰ ਤੇਰੇ ਦੇ ਲਿਖਿਆ ਹੀ, ਹੁਣ ਤੇਰੀ ਮੌਤ ਹੋਣੀ, ਤੂੰ ਤੇ ਨਹੀਂ ਨਾ ਬਾਲ। ਕਾਜੀ ਮੌਤੋਂ ਡਰ ਗਿਆ, ਕਾਜੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਕਾਜੀ ਕਹਿੰਦਾ ਜੇ ਮੈਂ ਅੱਜ ਫਤਵਾ ਨਾ ਸੁਣਾਇਆ ਇਹਨਾਂ ਮੈਨੂੰ ਮਾਰ ਦੇਣਾ। ਇਹਨਾਂ ਆਖਰੀ ਵਾਰਨਿੰਗ ਦੇ ਕੇ ਸਾਹਿਬਜ਼ਾਦਿਆਂ ਨੂੰ ਕਾਜੀ ਨੇ ਫਤਵਾ ਸੁਣਾ ਦਿੱਤਾ, ਇਹਨਾਂ ਨੂੰ ਨੀਹਾਂ 'ਚ ਜਿੰਦਿਆਂ ਚਿਣਵਾ ਦਿੱਤਾ। ਜੋ ਜੋ ਲਾਲਚ ਦਿੱਤੇ ਨੇ, ਮੇਰਾ ਸਮਾਂ ਵੀ ਹੁੰਦਾ ਜਾ ਰਿਹਾ। ਮੈਂ ਇੱਕ ਵਾਰ ਆਪ ਜੀ ਦੀ ਖਿਦਮਤ ਕਰਨੀ ਹੈ, ਜਿਸ ਵਾਰ ਦੇ ਵਿੱਚ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਇਹ ਗੱਲ ਕਹਿੰਦਾ ਉਹ ਦੀਨ ਕਬੂਲੋ, ਨਹੀਂ ਤੇ ਤੁਹਾਨੂੰ ਕਸ਼ਟ ਪਾਉਣਾ ਪੈ ਜਾਏਗਾ। ਬਾਲਕ ਸਮਝ ਕਿਆ ਵਜ਼ੀਰ ਖਾਨ ਨੇ ਖਾਦਾ ਜੋ ਤਰਸ ਹਸਤੀ ਮਾਨ ਨੇ। ਮੌਤ ਮੂਰੇ ਚੰਦ ਮੁਖੜਾ ਛਪਾਉਣਾ ਪਊ, ਦੀਨ ਵੱਲੋਂ ਵੱਲ ਜਾਂ ਕਸ਼ਟ ਪਾਉਣਾ ਪਊ। ਬਾਪ ਤੁਹਾਡਾ ਲੋਕ ਚਮਕਾਰੋਂ ਨਸਿਆ, ਸਿੱਖ ਭਜੇ ਇੱਕ ਨੂੰ ਦੂਜੇ ਨਾ ਦੱਸਿਆ।
ਹਨਤ ਵਸਾਉਣਾ ਪਊ ਦੀਨ ਮਨੋ ਬਲ ਜਾ ਕਸ਼ ਪਾਉਣਾ ਪਊ ਰੰਗਲੀ ਜਵਾਨੀ ਬਾਰ ਬਾਰ ਆਉਣੀ ਨੀ ਮੈਥੋਂ ਚੰਗੀ ਸਾਜ ਕਿਸੇ ਨੇ ਨਿਭਾਉਣੀ ਨਹੀਂ ਉਹ ਦਿਲਾਂ ਵਿੱਚੋਂ ਨਾਮ ਸਿੱਖੀ ਦਾ ਮਟਾਉਣਾ ਪਊ ਦੀਨ ਮਨੋ ਬਲ ਜਾ ਕਸ਼ ਪਾਉਣਾ ਪਊ ਕਹਿੰਦਾ ਸੂਬੇਦਾਰ ਸਰਹੰਦ ਵਾਲ ਕੋ ਮੌਤ ਤੋਂ ਬਚਾ ਲੋ ਮੁੱਖ ਚੰਦ ਵਾਲ ਕੋ ਉਹ ਧਰਮ ਤਿਆਗੋ ਧਰਮ ਤਿਆਗੋ ਦੀਨ ਅਪਣਾਉਣਾ ਪਊ ਕਾਸ਼ ਮਨੋ ਬਾਲੋ ਜਾ ਕਸ਼ ਪਾਉਣਾ ਪਊ ਇਹਨਾਂ ਕਿਹਾ ਦੀਨ ਮੰਨ ਲਓ ਨਹੀਂ ਤੇ ਕਸ਼ਟ ਸਹਿਣ ਵਾਸਤੇ ਤਿਆਰ ਹੋ ਜਾਓ ਸਾਹਿਬਜ਼ਾਦੇ ਦੂਸਰੀ ਕਚਹਿਰੀ 12 ਪੋਹ ਵਿੱਚ ਵਾਪਸ ਆ ਗਏ ਮਾਤਾ ਗੁਜਰ ਕੌਰ ਨੂੰ ਸਾਰੀ ਵਾਰਤਾਲਾਪ ਦੱਸੀ ਜੋ ਸੁੱਚਾ ਆਨੰਦ ਗਲਸ਼ਿਆ ਜੋ ਨਵਾਬ ਮਲੇਰ ਕੋਟਲੇ ਨੇ ਆਖਿਆ ਸਾਰੀ ਵਾਰਤਾਲਾਪ ਦੱਸੀ ਵੀ ਮਾਂ ਅੱਜ ਸਾਨੂੰ ਆ ਕੁਝ ਦਿੱਤਾ ਗਿਆ ਮਾਂ ਜਾਣੀ ਜਾਣ ਸੀ ਅਗਲਾ ਦਿਨ ਚੜਿਆ ਮਾਂ ਨੇ ਤੋਰਿਆ ਬੜੇ ਪਿਆਰਾਂ ਨਾਲ ਲਾਡਾਂ ਨਾਲ ਉਸ ਦਿਨ ਰਾਤ 12 ਪੋਹ ਨੂੰ ਫਤਵਾ ਜਾਰੀ ਹੋ ਚੁੱਕਾ ਸੀ ਦੀਵਾਰਾਂ 'ਚ ਚਿਣਨ ਦਾ ਇਸ ਗੱਲ ਦਾ ਮਾਂ ਨੂੰ ਪਤਾ ਸੀ ਵੀ ਇਹ ਪਹਿਲੀ ਕਚਹਿਰੀ ਤੋਂ ਵੀ ਵਾਪਸ ਆ ਗਏ ਦੂਸਰੀ ਤੋਂ ਵੀ ਆ ਗਏ ਤੀਸਰੀ ਤੋਂ ਇਹਨਾਂ ਨਹੀਂ ਆਉਣਾ ਮਾਤਾ ਨੇ ਸਵੇਰੇ ਤੋਰਿਆ ਉਸ ਵੇਲੇ ਮਾਂ ਨੇ ਜੀਤੋ ਮਾਂ ਨੂੰ ਕਿਹਾ ਯਾਦ ਕੀਤਾ ਮਾਂ ਜੀਤਾ ਉੱਠ ਅੱਜ ਆਪਣੇ ਪੁੱਤਰਾਂ ਦਾ ਸ਼ਿੰਗਾਰ ਕਰ ਆਪਣੇ ਤੇਰੇ ਪੁੱਤਰਾਂ ਨੇ ਤੇ ਵਿਆਹਣ ਜਾਣਾ ਹੀ ਨਹੀਂ ਅੱਜ ਘੋੜੀ ਚੜ੍ਹਨਾ ਇਹਨਾਂ ਮੌਤ ਨਾਲ ਲਾਵਾਂ ਲੈਣੀਆਂ ਨੇ ਕਿਤੇ ਹੁੰਦਾ ਤੁਹਾਡਾ ਪਿਤਾ ਤੁਹਾਨੂੰ ਕਿਤੇ ਇਸ ਤਰ੍ਹਾਂ ਤੋਰਦਾ ਜਿਸ ਬੱਚੇ ਦਾ ਵਿਆਹ ਹੋਵੇ ਮਾਂ ਬਾਪ ਬੜੇ ਸ਼ਿੰਗਾਰ ਕਰਕੇ ਤੋਰਦਾ ਉਸ ਵੇਲੇ ਮਾਂ ਜੀਤਾ ਨੂੰ ਯਾਦ ਕੀਤਾ ਪਿਤਾ ਨੂੰ ਯਾਦ ਕੀਤਾ ਮਾਂ ਨੇ ਸਵੇਰੇ ਦੋਵੇਂ ਸਾਹਿਬਜ਼ਾਦਿਆਂ ਨੂੰ ਤੋਰ ਦਿੱਤਾ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਥੋੜਾ ਜਿਹਾ ਅੱਗੇ ਹੋਏ ਕਹਿਣ ਲੱਗੇ ਮਾਂ ਅੱਗੇ 2 ਦਿਨ ਤੋਰਦੀ ਸਾਂ ਤੇ ਅਰਦਾਸ ਕਰਦੀ ਸਾਂ ਵੀ ਪੁੱਤਰੋ ਮੈਂ ਪਾਠ ਕਰਕੇ ਅਰਦਾਸ ਕਰਕੇ ਤੁਹਾਨੂੰ ਤੋਰਨਾ ਮਾਂ ਅੱਜ ਅਰਦਾਸ ਨਹੀਂ ਉਹ ਕੀਤੀ ਕਿ ਭੁੱਲ ਗਈ ਆ ਤੈਨੂੰ ਨਹੀਂ ਪਤਾ ਕਿ ਮੈਂ ਅਰਦਾਸ ਕਰਕੇ ਤੋਰਨਾ ਕਹਿਣ ਲੱਗੀ ਪੁੱਤਰੋ ਮੈਂ ਭੁੱਲੀ ਨਹੀਂ ਪਰ ਅੱਜ ਮੈਨੂੰ ਪਤਾ ਕਿ ਮੈਂ ਅਰਦਾਸ ਕਦੋਂ ਕਰਨੀ ਅੱਜ ਜਦੋਂ ਤੁਹਾਨੂੰ ਸਾਹਿਬਜ਼ਾਦਿਓ ਤੁਸੀਂ ਜਾਓ ਮੈਂ ਤੁਹਾਡੇ ਮਗਰੋਂ ਅਰਦਾਸ ਕਰਾਂਗੀ ਇੱਥੇ ਸ਼ਾਸਨ ਬੇਗ ਤੇ ਬਾਸ਼ਲ ਬੇਗ ਆਪਣੀ ਤਰੀਕ ਭੁਗਤਣ ਵੀ ਆਏ ਸਨ ਸਮਾਣੇ ਦੇ ਰਹਿਣ ਵਾਲੇ ਜਲਾਦ ਜਿਨ੍ਹਾਂ ਦਾ ਵੱਡੇ ਵਡੇਰੇ ਵੀ ਜਲਾਦ ਸਨ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਜਦੋਂ ਤੱਤੀ ਤਵੀ ਤੇ ਬਿਠਾ ਲਿਆ ਸੀ ਤੇ ਇਹਨਾਂ ਦੇ ਵੱਡੇ ਵਡੇਰਿਆਂ ਨੇ ਤੱਤੀ ਤਵੀ ਤੇ ਅੱਗ ਡਾਈ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇੱਥੇ ਸ਼ਹਾਦਤ ਹੋਈ ਉਸ ਸਮੇਂ ਜਲਾਲੂਦੀਨ ਸੀ ਜਲਾਲੂਦੀਨ ਦੇ ਖਾਨਦਾਨ ਤੋਂ ਸ਼ਾਸਨ ਬੇਗ ਤੇ ਬਾਸ਼ਲ ਬੇਗ ਇਹਨਾਂ ਦੀ ਇੱਕ ਕੇਸ ਚੱਲਣ ਡਿਆ ਸੀ ਉਸ ਕੇਸ 'ਚ ਇਹਨਾਂ ਨੂੰ ਮੌਤ ਦੀ ਸਜ਼ਾ ਸੀ ਇਹਨਾਂ ਕਿਹਾ ਜੇ ਤੁਸੀਂ ਸਾਨੂੰ ਮੌਤ ਤੋਂ ਬਰੀ ਕਰ ਦਿਓ ਤਾਂ ਮੌਤ ਇਹਨਾਂ ਦੀ ਅਸੀਂ ਕਰ ਦਿੰਦੇ ਹਾਂ ਉਹਨੇ ਕਿਹਾ ਸੂਬੇ ਸਰਹੰਦ ਨੇ ਤੁਹਾਡਾ ਕੇਸ ਬਰੀ ਇਹਨਾਂ ਨੂੰ ਨੀਹਾਂ 'ਚ ਦੀਵਾਰਾਂ 'ਚ ਚਿਣ ਕੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਿਣ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਨੂੰ ਦੀਵਾਰਾਂ 'ਚ ਖਿਲਾੜ ਕੇ ਜਦੋਂ ਦੀਵਾਰ ਉਸਰ ਰਹੀ ਹੈ ਉਹ ਦੀਵਾਰ ਇਹ ਨਾ ਕਿਉਂਕਿ ਉਹ ਦੀਵਾਰ ਉਸਰ ਰਹੀ ਹੈ ਉਹ ਇੱਕ ਸਿੱਖੀ ਦਾ ਮਹਿਲ ਉਸਰਿਆ ਸੀ ਜਿਸ ਮਹਿਲ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਿੱਖੀ ਦਾ ਮਹਿਲ ਉਹ ਮਹਿਲ ਹੈ ਜਿਹਦੇ ਵਿੱਚ ਨੀਹਾਂ 'ਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਖਲੋਤੇ ਸਨ ਉਦੋਂ ਕੌਮ ਜਵਾਨੀਆਂ ਮਾਣਦੀ ਏ ਤੇ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਿੱਖ ਰੋਸ਼ਨ ਤੇ ਹੁੰਦਾ ਦਾਨ ਜਦੋਂ ਦਾਨ ਬਲੀਦਾਨੀਆਂ ਦਾ ਉਹ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਤੇ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਉਹ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤੱਕ ਤੇ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਤੇ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਇੱਕ ਵਾਰ ਉਸਰ ਗਈ
ਦੀਵਾਰ ਡਿੱਗੀ, ਸਾਹਿਬਜ਼ਾਦੇ ਧਰਤੀ ਤੇ ਡਿੱਗ ਪਏ। ਬਾਸ਼ਲ ਬੇਗ ਨੇ ਸ਼ਾਹ ਰਗਾਂ ਵੱਢ ਕੇ ਬਾਬਾ ਜ਼ੋਰਾਵਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ। ਬਾਬਾ ਫਤਿਹ ਸਿੰਘ ਸਮੇਂ ਦੀ ਘੜੀ, ਅੱਧੀ ਘੜੀ ਲੱਤਾਂ ਨਾਲ ਤੜਫਦੇ ਰਹੇ, ਖੂਨ ਨੁਚੜ ਕੇ ਧਰਤੀ ਤੇ ਡਿੱਗ ਪਿਆ ਬਾਬਾ ਫਤਿਹ ਸਿੰਘ ਸਾਹਿਬ। ਉਸ ਸਮੇਂ ਬਾਬਾ ਫਤਿਹ ਸਿੰਘ ਸਾਹਿਬ ਦੀ ਜਾਨ ਬੜੀ ਔਖੀ ਨਿਕਲੀ। ਕਵੀ ਲਿਖਦੇ ਆ 12 ਮਿੰਟ ਬਾਬਾ ਫਤਿਹ ਸਿੰਘ ਲੱਤਾਂ ਪੈਰ ਮਾਰਦੇ ਰਹੇ, ਸਾਰਾ ਖੂਨ ਧਰਤੀ ਤੇ ਲੱਥ-ਪੱਥ ਹੋ ਗਿਆ। ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋ ਗਈ। ਟੋਡਰ ਮੱਲ ਨੇ, ਉਧਰ ਮਾਤਾ ਗੁਜਰ ਕੌਰ ਨੇ ਵਿਛਾਉਣਾ ਵਿਛਾਇਆ। ਮੈਂ 2-4 ਮਿੰਟ ਇਸ ਇਤਿਹਾਸ ਨੂੰ ਸੰਪੂਰਨ ਕਰਕੇ ਸਮਾਪਤੀ ਕਰਨ ਲੱਗਾ ਜੀ। ਉਧਰ ਮਾਤਾ ਜੀ ਨੇ ਜਿਹੜੀ ਅਰਦਾਸ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ, ਜਦੋਂ ਸੀਸ ਗਿਆ, ਭਾਈ ਜੱਤਾ ਲੈ ਕੇ ਗਿਆ, ਸੀਸ ਲਾ ਕੇ ਖਲੋ ਕੇ ਅਰਦਾਸ ਕੀਤੀ ਸੀ, ਮੇਰੇ ਪਤੀ ਦੇਵ ਤੇਰੀ ਨਿਭ ਗਈ, ਕਿਤੇ ਮੇਰੇ ਤੇ ਵਕਤ ਆਵੇ ਮੇਰੀ ਵੀ ਨਿਭ ਜਾਵੇ। ਉਹ ਕੀਤੀ ਹੋਈ ਅਰਦਾਸ ਮਾਤਾ ਜੀ ਠੰਡੇ ਬੁਰਜ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਟੋਡਰ ਮੱਲ ਨੇ ਜਗ੍ਹਾ ਮੁੱਲ ਖਰੀਦ ਕੇ, ਮੋਹਰਾਂ ਵਿਛਾ ਕੇ ਮਾਤਾ ਜੀ ਦਾ, ਸਾਹਿਬਜ਼ਾਦਿਆਂ ਦਾ ਸਤਿਕਾਰ ਕੀਤਾ। ਉਸ ਤੋਂ ਉਪਰੰਤ ਉਧਰ ਗੁਰੂ ਗੋਬਿੰਦ ਸਿੰਘ ਚਮਕੌਰ ਪਾਰ ਕਰਕੇ ਮਾਛੀਵਾੜੇ ਤੋਂ ਹੁੰਦੇ ਹੋਏ ਦੀਨਾ ਕਾਂਗੜ ਕਨੇਚ, ਇੱਥੋਂ ਨੂਰਾ ਮਾਹੀ ਮਿਲਿਆ। ਨੂਰਾ ਮਾਹੀ ਦੀ ਭੈਣ ਸਰਹੰਦ ਵਿਆਹੀ ਸੀ। ਗੁਰੂ ਗੋਬਿੰਦ ਸਿੰਘ ਨੇ ਆਖਿਆ ਨੂਰਾ ਮਾਹੀ ਨੂੰ, ਨੂਰਾ ਮਾਹੀ ਮੈਨੂੰ ਸਰਹੰਦ ਦੀ ਖਬਰ ਲਿਆ ਕੇ ਦੇ, ਸਰਹੰਦ ਦੇ ਵਿੱਚ ਕੀ ਕੁਝ ਵਾਪਰਿਆ। ਨੂਰਾ ਮਾਹੀ ਨੇ ਕਿਹਾ ਮੈਂ ਜਾਵਾਂਗਾ। ਨੂਰਾ ਮਾਹੀ ਧੂਆਂ ਮਾਰ, ਹੱਬਾਂ ਮਾਰ ਰੋਇਆ ਸਰਹੰਦ ਦੀ ਧਰਤੀ ਤੇ। ਉਹਨੇ ਆਖਿਆ ਸਰਹੰਦ ਦੇ ਨਹੀਂ ਦਸੀ ਸਰਹੰਦ 10 ਉੱਜੜ ਜਾਣੀਏ। ਉਹਨੇ ਡਿੱਠਾ ਜਾਂ ਖੂਨੀ ਕੰਧ ਨੂੰ, ਲੇਖਾਂ ਸੜੀ ਸਰਹੰਦ ਨੂੰ, ਦਸੀ ਨਹੀਂ ਉੱਜੜ ਜਾਣੀਏ, ਮਾਸੂਮ ਬੱਚੇ ਖਾਣੀਏ। ਨੀ ਤੂੰ ਕਹਿ ਸੀ ਇੰਨਾ ਟੋਲਿਆ, ਨੀ ਹਿਰਦਾ ਨਾ ਤੇਰਾ ਡੋਲਿਆ, ਨੀ ਡਿੱਗ ਪੈਂਦੀਓ, ਨੀ ਕੁਝ ਤਾਂ ਨੇਕੀ ਕਰਦੀਓ, ਨੀ ਤਤੀਏ ਬਾਲਾਂ ਦਾ ਕਿਹੜਾ ਡਰ ਸੀ, ਰੱਬ ਤੋਂ ਡਰਦੀ ਨੂੰ, ਨੀ ਤੂੰ ਤਾਂ ਰੱਬ ਤੋਂ ਨਾ ਡਰੀ, ਇਹਨਾਂ ਬਾਲਾਂ ਦੇ ਕਸ਼ਟ ਪਾਉਣ ਲੱਗਿਆ। ਨੂਰਾ ਮਾਹੀ ਨੇ ਸਾਰੀ ਵਾਰਤਾਲਾਪ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਦੱਸਣਾ ਕੀਤੀ। ਗੁਰੂ ਗੋਬਿੰਦ ਸਿੰਘ ਅੱਗੇ ਭੁੱਗਾ ਮਾਰ ਰੋਇਆ ਨੂਰਾ ਮਾਹੀ। ਨੂਰਾ ਮਾਹੀ ਨੂੰ ਬਾਹਾਂ 'ਚ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ, ਨੂਰਾ ਮਾਹੀ ਕਿਉਂ ਰੋ ਰਿਹਾ, ਦੱਸ ਕੀ ਗੱਲ ਹੋਈ ਹੈ। ਉਹਨੇ ਸਾਰੀ ਵਾਰਤਾਲਾਪ ਦੱਸੀ ਸਰਹੰਦ ਦੀ। ਪਾਤਸ਼ਾਹ ਤੁਹਾਡੇ ਬੱਚਿਆਂ ਨੂੰ ਕਸ਼ਟ ਦਿੱਤੇ ਗਏ, ਮਾਤਾ ਜੀ ਠੰਡੇ ਬੁਰਜ 'ਚ ਸ਼ਹਾਦਤ ਪ੍ਰਾਪਤ ਕਰ ਗਏ। ਉਹ ਗੁਰੂ ਮਾਰੀ ਸਰਹੰਦ, ਗੁਰੂ ਗੋਬਿੰਦ ਸਿੰਘ ਨੇ ਇਹਨੂੰ ਕਿਹਾ ਸਰਹੰਦ ਨੂੰ। ਇਸੇ ਸਰਹੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ, ਜਿੱਥੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਦੀ ਸ਼ਹਾਦਤ ਹੋਈ, ਇੱਥੇ ਕੇਸਰੀ ਨਿਸ਼ਾਨ ਚੜਾ ਕੇ ਫਤਿਹਗੜ੍ਹ ਸਾਹਿਬ ਦੀ ਉਸਾਰੀ ਹੋਈ, ਜਦੋਂ ਅੱਜ ਤੁਸੀਂ ਨਤਮਸਤਕ ਹੁੰਦੇ ਹੋ। ਗੁਰੂ ਗੋਬਿੰਦ ਸਿੰਘ ਨੇ ਆਪਣੇ ਤੀਰ ਨਾਲ ਇੱਕ ਜੜ ਪੁੱਟ ਕੇ ਬੂਝੇ ਦੀ, ਇਹ ਕਿਹਾ ਸੀ ਮੁਗਲਾਂ ਦੀ ਜੜ ਪੁੱਟੀ ਗਈ। 700 ਸਾਲ ਸਾਡਿਆਂ ਤੇ ਮੁਗਲਾਂ ਨੇ ਰਾਜ ਕੀਤਾ, 11 ਪੀੜ੍ਹੀਆਂ ਨੇ ਬਾਬਰ ਤੋਂ ਲੈ ਕੇ। ਹਿੰਦੁਸਤਾਨ ਦੇ ਬਾਦਸ਼ਾਹ ਕਿੰਨੇ ਆਏ, ਗਿਣਤੀ ਨਹੀਂ ਹੋ ਸਕਦੀ। ਮੈਂ ਬਾਦਸ਼ਾਹ ਦੀਆਂ ਗਿਣਤੀਆਂ 'ਚ ਨਹੀਂ ਪਿਆ, ਮੇਰੇ ਕੋਲ ਸਮਾਂ ਸੀਮਿਤ ਸੀ। ਜੇ ਕਿਤੇ ਮੈਂ ਬਾਦਸ਼ਾਹ ਦੀਆਂ ਗਿਣਤੀਆਂ 'ਚ ਪੈ ਜਾਂਦਾ ਤੇ ਮੇਰਾ 1 ਘੰਟਾ ਇੱਧਰ ਹੀ ਲੰਘ ਜਾਣਾ ਸੀ। ਮੈਂ ਸੰਕੋਚ ਕਰਕੇ ਆਪ ਜੀ ਨਾਲ ਟੂਕ ਮਾਤਰ ਸਾਰੇ ਇਤਿਹਾਸ ਦਾ ਨਿਚੋੜ ਕੱਢਣਾ ਕੀਤਾ ਕਿ ਉਹ ਬਾਬਰ ਜਿਹਦੀਆਂ 11 ਪੀੜ੍ਹੀਆਂ ਨੇ ਹਿੰਦੁਸਤਾਨ ਤੇ ਰਾਜ ਕੀਤਾ, ਔਰੰਗਜ਼ੇਬ ਤੱਕ, ਬਹਾਦਰ ਸ਼ਾਹ ਤੱਕ 700 ਸਾਲ ਸਾਡੇ ਤੇ ਰਾਜ ਕੀਤਾ। 700 ਰਾਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਉਮਰ 42 ਸਾਲ 43 ਸਾਲ ਦੀ ਉਮਰ 'ਚ 700 ਸਾਲ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਉਮਰ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਅੱਜ ਤੋਂ ਮੁਗਲ ਜੜ ਖਤਮ, ਮੁਗਲ ਖਤਮ, ਧਰਤੀ ਤੋਂ ਮੁਗਲਾਂ ਦਾ ਸਫਾਇਆ। ਉੱਥੇ ਗੁਰੂ ਗੋਬਿੰਦ ਸਿੰਘ ਨੇ ਫਿਰ ਜ਼ਫਰਨਾਮਾ ਦੀਨੇ ਕੀ ਕਾਂਗੜ ਦੀ ਧਰਤੀ ਤੇ ਲਿਖਿਆ। ਉਸ ਵੇਲੇ ਔਰੰਗਜ਼ੇਬ ਬਹਾਰਨਪੁਰ ਬੈਠਾ ਸੀ। ਔਰੰਗਜ਼ੇਬ ਨੂੰ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖ ਕੇ ਕਹੀ ਸੀ, ਔਰੰਗਜ਼ੇਬ ਕਿਤੇ ਇਹ ਨਾ ਕਹੀ ਕਿ ਮੈਂ ਇਹਦੇ ਪੁੱਤਰ ਸ਼ਹੀਦ ਕਰ ਦਿੱਤੇ, ਮੈਂ ਇਹਦੀ ਮਾਂ ਕਰ ਦਿੱਤੀ, ਮੈਂ ਇਹਦਾ ਬਾਪ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਅੱਜ ਵੀ ਚੜ੍ਹਦੀ ਕਲਾ 'ਚ ਦੀਨੇ ਕਾਂਗੜ ਬੈਠਾ। ਤੇਰੇ 'ਚ ਯੁਰਤ ਤੇ ਦੀਨੇ ਕਾਂਗੜ ਦੀ ਧਰਤੀ ਤੇ ਆ। ਤੂੰ ਵੀ ਇਕੱਲਾ, ਮੈਂ ਵੀ ਇਕੱਲਾ। ਤੂੰ ਵੀ ਬਗਾਨੇ ਮਾਵਾਂ ਦੇ ਪੁੱਤ ਨਾ ਮਰਵਾਵੀਂ, ਮੈਂ ਵੀ ਬਗਾਨੇ ਪੁੱਤਾਂ ਦੇ ਮਾਵਾਂ ਦੇ ਪੁੱਤ ਨਹੀਂ ਮਰਵਾਉਂਦਾ। ਤੇਰੇ ਨਾਲ 2 ਹੱਥ ਮੈਂ ਰਣ ਮੈਦਾਨ ਦੇ ਵਿੱਚ ਆਪ ਕਰਾਂਗਾ। ਤੂੰ ਕਹਿੰਦਾ ਕਿ ਮੈਂ ਗਿੱਦੜ ਬਣ ਕੇ ਇਸ ਸ਼ੇਰ ਦੇ ਬੱਚੇ ਮਾਰ ਦਿੱਤੇ ਨੇ, ਉਹ ਤੇਰੀ ਗਿੱਦੜਾ ਚਲਾਕੀ ਸੀ। ਸ਼ੇਰ ਅੱਜ ਵੀ ਦੀਨੇ ਕਾਂਗੜ ਦੀ ਧਰਤੀ ਤੇ ਬੈਠਾ। ਮੇਰੇ ਅੰਦਰ ਦਾ ਖੇੜਾ ਤੂੰ ਨਹੀਂ ਖੋ ਸਕਿਆ, ਇੱਥੇ ਰਣ ਮੈਦਾਨ ਦੇ ਵਿੱਚ ਆ। ਫਿਰ ਔਰੰਗਜ਼ੇਬ ਨੇ ਜਦੋਂ ਉਹ ਪੜ੍ਹਿਆ ਜ਼ਫਰਨਾਮਾ, ਜਿਹਨੂੰ ਫਤਿਹ ਦੀ ਚਿੱਠੀ ਕਹਿੰਦੇ ਆ ਸੀ, ਇਹ ਕੰਬ ਗਿਆ, ਇਹਦੇ ਪੈਰਾਂ ਥੱਲੇ ਧਰਤੀ ਨਿਕਲ ਗਈ। ਇਹਨੇ ਐਲਾਨ ਕਰ ਦਿੱਤਾ, ਅੱਜ ਤੋਂ ਗੁਰੂ ਗੋਬਿੰਦ ਸਿੰਘ ਕਿਸੇ ਵੀ ਕੋਨੇ 'ਚ ਹੋਵੇ, ਮੁਗਲ ਹਕੂਮਤ ਇਹਨੂੰ ਕੁਝ ਨਹੀਂ ਕਵੇਗੀ। ਉਸ ਆਰਡਰ ਆਉਣ ਤੋਂ ਪਹਿਲਾਂ ਗੁਰੂ ਗੋਬਿੰਦ ਸੂਬੇ ਸਰਹੰਦ ਨੇ ਜਿਹੜਾ ਧਾਵਾ ਬੋਲਿਆ ਸੀ ਹਜੂਰ ਸਾਹਿਬ ਦੀ ਧਰਤੀ ਤੇ, ਉਹ ਪਹਿਲਾਂ ਮੁਗਲਾਂ ਨੂੰ ਘੱਲ ਚੁੱਕਾ ਸੀ।
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਸਿਰ ਤੇ ਥੰਮੀ ਤੇਰੀ ਅਮਰ ਕਹਾਣੀ ਗੁਰੂ ਜੀ ਹੈ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤ ਕੋਈ ਜੰਮ ਲਵੇ ਉਹ ਮਾਂ ਅਜੇ ਨਾ ਜੰਮੀ ਜਿਹੜੀ ਮਾਂ ਦੀ ਕੁੱਖ ਚੋਂ ਤੂੰ ਪੈਦਾ ਹੋਇਆ ਉਹ ਮਾਂ ਗੁਜਰ ਗਈ ਉਹ ਹੋਰ ਕੋਈ ਮਾਂ ਨਹੀਂ। ਐਸੇ ਮਹਾਨ ਸਤਿਗੁਰੂ ਜੀ ਦਾ ਤੁਸੀਂ ਅੱਜ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਮਾਤਾ ਗੁਜਰ ਕੌਰ ਜੀ ਦਾ ਇਹ ਪਾਵਨ ਪਵਿੱਤਰ ਸ਼ਹਾਦਤ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਮੈਂ ਆਨੰਦ ਭਾਟੀਆ ਜੀ ਇੱਥੋਂ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਆਪ ਸਰਬੱਤ ਸੰਗਤ ਦੇ ਦਰਸ਼ਨ ਕਰਵਾਏ ਨੇ। ਮੈਂ ਪਹਿਲੀ ਵਾਰ ਆਪ ਜੀ ਦੇ ਇਸ ਪਾਵਨ ਸਥਾਨ ਤੇ ਆਇਆ। ਮੇਰੇ ਕੋਲ ਇਤਿਹਾਸਕ ਵਿਚਾਰਾ ਕਰਦੇ ਆ ਬੇਅੰਤ ਭੁੱਲਾਂ ਹੋ ਗਈਆਂ ਨੇ ਮੇਰੀਆਂ ਭੁੱਲਾਂ ਮੇਰੀ ਝੋਲੀ ਚ ਪਾ ਦੇਣੀਆਂ। ਸਾਹਿਬਜ਼ਾਦਿਆਂ ਦਾ ਇਤਿਹਾਸ ਆਪਣੇ ਕੋਲ ਸਾਂਭ ਕੇ ਰੱਖਣਾ ਘਰ ਬੱਚਿਆਂ ਨੂੰ ਪੜ੍ਹਾਓ ਸਾਰਾ ਸਾਲ ਇਹਨਾਂ ਸਾਹਿਬਜ਼ਾਦਿਆਂ ਦੀ ਕਰਨੀ ਨਾਮੇ ਨੂੰ ਸਿਜਦਾ ਕਰੋ। ਦਾਸ ਭਾਈ ਕੁਲਵੀਰ ਸਿੰਘ ਜੀ ਹਰਦਾਨ ਗ੍ਰੰਥੀ ਗੁਰਦੁਆਰਾ ਨਾਨਕ ਪਿਓ ਸਾਹਿਬ ਭਾਈ ਝਰਮਲ ਸਿੰਘ ਜੀ ਧਾਲੀਵਾਲ ਗ੍ਰੰਥੀ ਗੁਰਦੁਆਰਾ ਨਾਨਕ ਪਿਓ ਸਾਹਿਬ ਬੰਗਲਾ ਸਾਹਿਬ ਰਹਿੰਦੇ ਭਾਈ ਨਰਿੰਦਰ ਸਿੰਘ ਜੀ ਦੁਰਾਂਗਲਾ ਗੁਰਦੁਆਰਾ ਬੰਗਲਾ ਸਾਹਿਬ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਤੌਰ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਾਂ। ਇੱਕ ਜਥੇ ਦੇ ਨਾਲ ਅਸੀਂ ਸਤਿਗੁਰੂ ਨੇ ਸਾਨੂੰ ਇਹ ਦਾਤ ਕਵੀਆਂ ਦੀ ਆਪਣੇ ਗੁਰੂ ਗੋਬਿੰਦ ਸਿੰਘ ਨੇ ਆਪਣੀ ਛਾਤੀ ਨਾਲ ਲਾ ਕੇ ਕਵੀਆਂ ਨੂੰ ਬੜਾ ਮਾਣ ਆਨੰਦ ਪਾਉਂਟਾ ਸਾਹਿਬ ਦੀ ਧਰਤੀ ਤੇ ਦਿੱਤਾ। ਜਿਹੜੇ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਚਲਾਏ ਉਹ ਕਵੀਆਂ ਦੀ ਬਖਸ਼ਿਸ਼ ਸਾਡੇ ਕਵੀਸ਼ਰਾਂ ਤੇ ਹੈ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਕਵੀਆਂ ਨੂੰ ਐਡਾ ਵੱਡਾ ਮਾਣ ਦਿੱਤਾ ਹੈ ਕਿ ਤੁਹਾਡੇ ਕੋਲ ਕੋਈ ਸਾਜ਼ ਨਹੀਂ। ਸਾਡੇ ਕੋਲ ਨਾ ਹਾਰਮੋਨੀਆ ਨਾ ਤਬਲਾ ਨਾ ਢੱਡ ਨਾ ਫਰੰਗੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਵੀਆਂ ਨੇ ਪੁੱਛਿਆ ਸੀ ਪਾਤਸ਼ਾਹ ਅਸੀਂ ਕੀ ਕਰਾਂਗੇ ਤੇ ਕਵੀਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਅਰਦਾਸ ਕਰਕੇ ਖਲੋ ਜਿਆ ਕਰੋ ਸੰਗਤ ਤੁਹਾਨੂੰ ਸੁਣਿਆ ਕਰੇਗੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕਹੇ ਹੋਏ ਬਚਨ ਸੰਗਤ ਸਾਨੂੰ ਨਵਾਜਦੀ ਹੈ ਤੇ ਸਾਡੀਆਂ ਭੁੱਲਾਂ ਮਾਫੀ ਬਖਸ਼ਿਓ ਗੁਰੂ ਕਿਰਪਾ ਕਰੇ। ਮੈਂ ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।